ਮਾਂ ਦਾ ਦਰਜਾ ਤੇ ਮਾਂ ਦਾ ਰਿਸ਼ਤਾ ਸੰਸਾਰ ਦੇ ਸਭਨਾਂ ਰਿਸ਼ਤਿਆਂ ਤੋਂ ਉੱਚਾ ਹੁੰਦਾ ਹੈ। ਮਾਂ ਦੇ ਪਿਆਰ ਤੋਂ ਬਿਨਾਂ ਸਖਣੀ ਮਨੁੱਖ ਦੀ ਜ਼ਿੰਦਗੀ ਨਾ ਮਾਤਰ ਹੁੰਦੀ ਹੈ ਅਤੇ ਮਾਂ ਵਾਲੇ ਇਹਨਾਂ ਸਾਰੇ ਹੀ ਗੁਣਾਂ ਨਾਲ ਭਰਪੂਰ ਸਨ। ਸਵਰਗੀ ਸਰਦਾਰਨੀ ਹਰਬੰਸ ਕੌਰ ਜੀ। ਸਵਰਗੀ ਸਰਦਾਰਨੀ ਹਰਬੰਸ ਕੌਰ ਜੀ ਬਹੁਤ ਹੀ ਚੰਗੇ ਸੰਸਕਾਰੀ ਔਰਤ ਸਨ। ਆਪ ਜੀ ਦਾ ਪਰਮਾਤਮਾ ਪ੍ਰਤੀ ਆਧਾਰ ਵਿਸ਼ਵਾਸ ਸੀ। ਆਪ ਜੀ ਨੇ ਆਪਣੇ ਹੀ ਅਪਣਾਏ ਹੋਏ ਮਾਰਗ ਤੇ ਆਪਣੇ ਬੱਚਿਆਂ ਨੂੰ ਵੀ ਚੱਲਣ ਦੀ ਸਿੱਖਿਆ ਦਿੱਤੀ। ਬੀਤੇ ਦਿਨੀ ਸਰਦਾਰਨੀ ਹਰਬੰਸ ਕੌਰ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ 5 ਜੂਨ ਦਿਨ ਐਤਵਾਰ ਇਹਨਾਂ ਦੇ ਗ੍ਰਹਿ ਪਿੰਡ ਵਜੀਦਪੁਰ ਬਸੋਦਾ ਵਿਖੇ ਪਾਏ ਗਏ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ। ਮਾਤਾ ਹਰਬੰਸ ਕੌਰ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਨਰਿੰਦਰ ਸਿੰਘ ਮੀਤ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਅਲੀਪੁਰ ਖਾਲਸਾ ਸਪੁੱਤਰ, ਪਿਆਰਾ ਸਿੰਘ ਸਾਬਕਾ ਸਮਤੀ ਮੈਂਬਰ ਦਿਓਰ, ਮਨਪ੍ਰੀਤ ਸਿੰਘ ਸਰਪੰਚ ਭਤੀਜਾ, ਦਵਿੰਦਰ ਸਿੰਘ ਭਤੀਜਾ, ਗੁਰਵਿੰਦਰ ਸਿੰਘ, ਜਸਵੀਰ ਸਿੰਘ, ਅਮਨਦੀਪ ਸਿੰਘ ਜਵਾਈ ਅਤੇ ਸਮੂਹ ਪਰਿਵਾਰ ਨੂੰ ਸਦੀਵੀ ਵਿੱਚ ਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। पर फिर भी श्री गुरु अर्जन देव महाराज जी दी शहादतां दे दिहाड़े चल रहे ने। अपने शरीर की गर्मी इकट्ठी कर करके वो तुप के बच्चों के मूँह नूं ला रहे। 84 का की दुख है जी, तो इवें सिख बोली जाते भावें अज होने तो सानू पता ही है भी सिखां दा तां कोई नहीं बनिया। चलो ये पक्ष नहीं मेरा, मैं आरंभ तां बेनती की है भी आप 40-45 मिनट ही बैठना है। वो 3-3 दिन 4-4 दिन निक्के निक्के बच्चों नाल सरावां दे कमरियां च बंद रखे, उन्होंने बाहर नहीं निकल दिता गया। गर्मी शरीर दे गर्मी दे तुपके पूंज के प्यास मिटाउंदे रहे। इत्थे ते सारा प्रबंध है। आओ जुड़े हाँ, आरंभ होया है जो नर दुख में दुख नहीं मान सुख सने अर कंचन माटी मन। सिख कौन है? किसी भेख का नाम सिख नहीं, किसी पहरावे का नाम सिख नहीं। एक सतगुरां ने सानू बाणा दिता जिते असीं माण करते हैं, पर भेख सिखी नहीं है, एक करनी है सिखी, एक साडे जीवन का निजम है सिखी। जिहड़ा सतगुरां ने गुरु नानक साहब तो लैके 10वें पातशाह तक अते गुरु ग्रंथ साहब दी लिखे हुए एक एक शब्द विच जिहड़ा निजम सानू सतगुरां ने बना के दिता होया। मारने पैंदे आ, 2 चप्पू हर एक इंसान के हिस्से आया। वो गल वखरी है भी उन्हां चप्पूआं नूं मारन दा तरीका किसे दा किहो है। कोई सूली वाले चप्पू नूं भी तेरा किया मीठा लागे हर नाम पदार्थ नानक मंगे कह के लगा गया। ਅਸੀਂ ਆਮ ਤੌਰ ਤੇ ਨਾ ਇਸ ਕਰਕੇ ਉਹ ਫਰਕ ਬੜਾ ਪੈਂਦਾ ਹਰ ਸਾਲ ਤਰੀਕਾਂ ਦਾ। ਚਲੋ ਗੱਲ ਵੱਖਰੀ ਹੈ, ਪਰ ਪੱਕੀ ਹੋਈ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਅਸੀਂ ਜੇ ਚੱਲੀਏ ਸੰਮਤ ਦੇ ਮੁਤਾਬਕ ਤੇ ਇੱਕੋ ਹੀ ਤਰੀਕ ਬਣਦੀ ਹੈ 16 ਜੂਨ ਹਰ ਸਾਲ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ। ਅਰਜਨ ਦੇਵ ਸਾਹਿਬ ਪਾਤਸ਼ਾਹ ਦੇ ਜੀਵਨ ਵਿੱਚ ਝਾਤ ਮਾਰਦੇ, ਉਹਨਾਂ ਦਾ ਜੀਵਨ ਇਤਿਹਾਸ ਪੜ੍ਹਦੇ ਹਾਂ। ਪਿਤਾ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਘਰ ਮਾਤਾ ਭਾਨੀ ਜੀ ਦੀ ਕੁੱਖ ਤੋਂ ਪ੍ਰਕਾਸ਼ ਹੋਇਆ, ਜਨਮ ਹੋਇਆ। ਕਿੰਨਾ ਸੋਹਣਾ ਜੀਵਨ ਹੈ। ਜਦੋਂ ਉਸ ਜੀਵਨ ਨੂੰ 43 ਸਾਲਾਂ ਦੇ ਜੀਵਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਜਦੋਂ ਨਜ਼ਰ ਮਾਰਦੇ ਹਾਂ ਉਹਨਾਂ ਦੇ ਜੀਵਨ ਵਿੱਚ ਕਿੰਨੇ ਗੁਣ ਨੇ। ਨਾਨਾ ਗੁਰੂ ਅਮਰਦਾਸ ਪਾਤਸ਼ਾਹ ਨੇ ਨਾ ਬਚਪਨ ਵਿੱਚ ਗੋਦ ਵਿੱਚ ਬਿਠਾਉਂਦੇ ਆ, ਸੱਚਮੁੱਚ ਉਹ ਗੁਣ ਭਰੇ ਵੀ। ਪਿਰਥੀ ਚੰਦ ਉਹ ਗੁਣ ਨਹੀਂ ਸਮਝ ਸਕਿਆ, ਪਿਰਥੀ ਚੰਦ ਉਹ ਲਾਹਾ ਨਹੀਂ ਲੈ ਸਕਿਆ। ਗੋਦ ਉਹਦੇ ਲਈ ਵੀ ਉਹੀ ਹੈ।
ਘਰ ਉਹਦੇ ਲਈ ਵੀ ਉਹੀ ਹੈ, ਪਰਿਵਾਰ ਉਹਦੇ ਲਈ ਵੀ ਉਹੀ ਹੈ, ਰਿਸ਼ਤੇ ਸਾਰੇ ਹੀ ਉਹੀ ਨੇ ਜਿਹੜੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦੇ ਨੇ। ਉਹੀ ਰਿਸ਼ਤੇ ਪ੍ਰਿਥੀ ਚੰਦ ਦੇ ਵੀ ਉਹੀ ਘਰ ਦੇ ਵਿੱਚ ਨੇ, ਮਹਾਦੇਵ ਦੇ ਵੀ ਉਹੀ ਰਿਸ਼ਤੇ ਨੇ। ਪਰ ਸਤਿਗੁਰੂ ਜੀ ਕਹਿੰਦੇ ਸਤਿਗੁਰ ਸ਼ਬਦ ਨਾ ਕਰੇ ਵਿਚਾਰ, ਕੱਲੇ ਦੇਖਣ ਨਾਲ ਗੱਲ ਨਹੀਂ ਸੀ ਬਣਦੀ। ਅੱਜ ਵੀ ਬੇਨਤੀ ਕਰੀ ਗਈ ਹੈ, ਕੱਲਾ ਵੇਖਣ ਵਾਲੇ ਬਹੁਤ ਨੇ। ਵੇਖ ਲਿਆ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਲਿਆ, ਦਰਸ਼ਨ ਹੋ ਗਏ, ਬਾਹਰੀ ਦਰਸ਼ਨ। ਪਰ ਕਦੇ ਰਮਾਲਾ ਚੁੱਕ ਕੇ ਜਾਂ ਕਿਤੇ ਪੋਥੀਆਂ ਦੇ ਰੂਪ ਵਿੱਚ ਕਦੇ ਪੜ੍ਹ ਕੇ ਵਿਚਾਰ ਕੇ ਸੁਣਿਆ ਮੰਨਿਆ ਮਨ ਕਿਤੇ ਪਿਆਰ ਉਪਜੇ ਗੀਤ ਬਣ ਗਈ। ਜਿਨ੍ਹਾਂ ਦਾ ਪਿਆਰ ਬਣ ਗਿਆ ਫਿਰ ਉਹ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਆਪਣੇ ਭਾਣੇ ਜੋ ਚੱਲੈ ਭਾਈ। ਇੱਥੇ ਜਿਹੜੇ ਇਹ ਕਹਿੰਦੇ ਆ ਨਾ ਵੀ ਦੋਸ਼ ਕਰਮ, ਪਤਾ ਨਹੀਂ ਕਿਹੋ ਜਿਹੇ ਕਰਮ ਕੀਤੇ ਹੋਣਗੇ ਜੀ, ਦੁੱਖ ਭੋਗਣੇ ਪੈਂਦੇ ਆ। ਫਿਰ ਤੱਤੀਆਂ ਤਵੀਆਂ ਤੇ ਬੈਠਣ ਵਾਲੇ ਪਾਤਸ਼ਾਹ ਨੂੰ ਕੀ ਕਹੋਗੇ? ਕਿੱਡੀ ਵੱਡੀ ਤਕਲੀਫ ਹੈ। ਤੱਤੇ ਭਰ ਭਰ ਕੜਛੇ ਭੂੰਜਾ ਪਾ ਰਿਹਾ ਸੀਸ ਦੇ ਉੱਤੇ ਇਤਿਹਾਸ ਕਹਿੰਦਾ। ਫਿਰ ਕੀ ਕਹੋਗੇ ਗੁਰੂ ਅਰਜਨ ਦੇਵ ਸਾਹਿਬ ਦੀਆਂ ਦੇ ਹੋਏ ਕਿਹੜੇ ਕਰਮ ਸੀ ਜਿਹੜੇ ਏਡੀਆਂ ਵੱਡੀਆਂ ਤਕਲੀਫਾਂ, ਏਡੇ ਵੱਡੇ ਲੋਕ ਤੱਤੀਆਂ ਤਵੀਆਂ ਤੇ ਬੈਠਣ ਵਾਲੇ, ਬੰਦ ਬੰਦ ਘਟਾਉਣ ਵਾਲਿਆਂ ਦਾ ਕੀ ਕਸੂਰ ਹੈ? ਖੋਪਰੀਆਂ ਲਹਾਉਣ ਵਾਲਿਆਂ ਦਾ ਕੀ ਕਸੂਰ ਹੈ? ਚਰਖੜੀਆਂ ਤੇ ਚੜ੍ਹਨ ਵਾਲਿਆਂ ਦਾ ਕੀ ਕਸੂਰ ਹੈ? ਆਰਿਆਂ ਥੱਲੇ ਖੜਨ ਵਾਲਿਆਂ ਦਾ ਕੀ ਕਸੂਰ? ਦੇਗਾਂ ਵਿੱਚ ਉਵਾਲੇ ਖਾਣ ਵਾਲਿਆਂ ਨੂੰ ਕੀ ਕਹਾਂਗੇ ਵੀ ਜੀ ਇਹਨਾਂ ਦੇ ਮਾੜੇ ਕੰਮ ਤਾਂ ਕਰਕੇ ਆ ਸਜ਼ਾਵਾਂ ਮਿਲੀਆਂ? ਨਹੀਂ ਭਾਈ, ਅਸਲ ਵਿੱਚ ਜ਼ਿੰਦਗੀ ਦਾ ਪੱਖ ਹੀ ਇਹ ਹੈ ਕਿ ਸਤਿਗੁਰੂ ਜੀ ਬਾਣੀ ਵਿੱਚ ਜੋ ਸਾਨੂੰ ਸਮਝਾਉਣਾ ਚਾਹੁੰਦੇ ਅਸੀਂ ਸਮਝੇ ਨਹੀਂ ਕਿ ਆਪੇ ਹਰ ਇੱਕ ਰੰਗ ਹੈ ਆਪੇ ਬੋਰੰਗੀ, ਜੋ ਤਿਸ ਭਾਵੈ ਨਾਨਕ ਸਾਈ ਗੱਲ ਮੰਨਣਾ। ਜੋ ਅੱਜ ਹੈ ਸਾਡੀ ਜ਼ਿੰਦਗੀ ਵਿੱਚ ਉਹਨੂੰ ਮੰਨਣਾ ਸੁੱਖ ਹੈ ਦੁੱਖ ਹੈ ਤੇ ਤੇਰੀ ਰਜਾਈ ਹੈ। ਪਹਿਲੀ ਪੌੜੀ 'ਚ ਗੁਰੂ ਨਾਨਕ ਸਾਹਿਬ ਕਹਿੰਦੇ ਹੁਕਮ ਰਜਾਈ ਨਾਨਕ ਲਿਖਿਆ, ਹੁਕਮੇ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝੈ ਤਾਂ ਮੈਂ ਕਹੇ ਉਹ ਨਜ਼ਰੀ। ਇਸ ਕਰਕੇ ਨਹੀਂ ਜੀ ਦੁੱਖ ਭੋਗਣੇ ਪੈ ਗਏ ਜੀ, ਇਹ ਕਰਮਾਂ ਦੇ ਫਲ ਨੇ ਜੀ, ਇਹ ਏਦਾਂ ਕਰਕੇ ਨਹੀਂ। ਸਰੀਰ ਕਿਸੇ ਹੁਣ ਸਹਿਬ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ 8.5 ਸਾਲ ਕਰਿਆ ਸਾਂ ਵੀ 8.5 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ। ਸਰੀਰ ਤੇ ਚੇਚਕ ਦਾ ਰੋਗ ਆ, ਰੋਗੀਆਂ ਦੀ ਸੇਵਾ ਕਰਦੇ ਕਰਦੇ ਦਿੱਲੀ ਵਿੱਚ ਜਾ ਕੇ ਸੇਵਾ ਕੀਤੀ, ਮੱਲਮ ਪੱਟੀਆਂ ਕੀਤੀਆਂ। ਉਹ ਰੋਗ ਹੀ ਐਸਾ ਸੀ ਜਿਹੜਾ ਆਪਣੇ ਤਨ ਤੇ ਵੀ ਆ ਗਿਆ। 8 ਸਵਾ 8 8.5 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਮੇਰੇ ਪਾਤਸ਼ਾਹ। ਹੁਣ ਕੀ ਕਹੋਗੇ ਜੀ ਕਰਮਾਂ ਦਾ ਦੋਸ਼ ਹੈ? ਨਹੀਂ, ਇਹ ਉਹਦੀ ਰਜਾ ਹੈ, ਉਹਦਾ ਹੁਕਮ ਹੈ, ਉਹਦਾ ਭਾਣਾ ਹੈ। ਕੀਤਿਆਂ ਦੁਖ ਭੂਖ ਸਤਿਵਾਰ ਇਹ ਬੇਦਾਤ ਤੇਰੀ ਦਾਤਾਰ, ਇਹ ਕਹਿ ਕੇ ਪ੍ਰਵਾਨ ਕਰਨਾ ਹੈ। ਇਹ ਬੇਦਾਤ ਤੇਰੀ ਦਾਤਾਰ, 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 ਇਹ ਬੇਦਾਤ ਤੇਰੀ ਦਾਤਾਰ। ਕੀਤਿਆਂ ਦੁੱਖ ਭੂਖ ਸਦਮਾਰ, 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 ਕੀਤਿਆਂ ਦੁੱਖ ਭੂਖ ਸਦਮਾਰ। ਇਹ ਬੇਦਾਤ ਤੇਰੀ ਦਾਤਾਰ,
ਦਾਤਾਰ ਇਹ ਬੇਦਾਤ ਤੇਰੀ ਦਾਤਾਰ ਇਹ ਬੇਦਾਤ ਤੇਰੀ ਦਾਤਾਰ ਇਹ ਬੇਦਾਤ ਤੇਰੀ ਦਾਤਾਰ ਇਹ ਬੇਦਾਤ ਤੇਰੀ ਦਾਤਾਰ। ਸਾਡੇ ਪੂਰਵਜਾਂ ਦਾ ਇਤਿਹਾਸ ਕਹਿੰਦਾ ਹੈ, ਫਿਰ ਵੀ ਉਹਦੇ ਕੀਤੇ ਨੂੰ ਮਿੱਠਾ ਜਾਣ ਕੇ ਉਹਦੇ ਭਾਣੇ ਨੂੰ ਉਹ ਮਾਵਾਂ ਨੇ ਵੀ ਨਿੱਕੇ ਨਿੱਕੇ ਟੋਟੇ ਕਰਾ ਕਰਾ ਕੇ ਮਾਵਾਂ ਦੇ ਗਲਾਂ ਵਿੱਚ ਹਾਰ ਪਵਾ ਲਏ ਬੱਚਿਆਂ ਦੇ। ਇਹ ਨਹੀਂ ਕਿਹਾ ਰੱਬਾ ਤੂੰ ਸਾਡੇ ਨਾਲ ਮਾੜਾ ਕੀਤਾ। ਅਰਦਾਸ ਵਿੱਚ ਇਹ ਕਹਿੰਦੀਆਂ ਨੇ ਮਾਵਾਂ, ਦਿਨ ਤੇਰੇ ਭਾਣੇ ਵਿੱਚ ਸੁੱਖਾਂ ਦਾ ਬਤੀਤ ਹੋਇਆ। ਵੇਖੋ ਕਿੱਡੇ ਜਿਗਰੇ ਹੋਣਗੇ, ਬਾਣੀ ਵਰਗਾ ਬਣ ਚੁੱਕਿਆ ਜਿਨ੍ਹਾਂ ਦਾ ਜੀਵਨ। ਉਹ ਦਿਨ ਵਿੱਚ ਪੁੱਤਰਾਂ ਦੇ ਡੱਕਰੇ ਕਰਾ ਕੇ, ਟੋਟੇ ਕਰਾ ਕੇ, ਆਂਦਰਾਂ ਦੇ ਹਾਰ ਗਲਾਂ ਵਿੱਚ ਪਵਾ ਕੇ ਵੀ ਕਹਿੰਦੀਆਂ ਤੇਰੇ ਭਾਣੇ 'ਚ ਦਿਨ ਸੁੱਖ ਦਾ ਬਤੀਤ ਹੋਇਆ। ਆਖੋ ਸਤਿਨਾਮ। ਇਸ ਕਰਕੇ ਸਮਝੀਏ ਦੁੱਖ ਸੁੱਖ ਉਹਦੀ ਖੇਡ ਹੈ। ਆਓ ਸਮੇਂ ਵਿੱਚ ਰਹਿਣ ਦਾ ਯਤਨ ਕਰਾਂਗਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਅਨੰਦਪੁਰ ਸਾਹਿਬ ਵਾਲੇ ਪਾਤਸ਼ਾਹ ਵਾਲੇ, ਇਹ ਹੈ ਕੌਣ? ਨਿਹੰਗ ਖਾਂ ਇੱਕ ਮੁਸਲਮਾਨ ਹੈ, ਇੱਕ ਇਸਲਾਮੀ ਹੈ। ਜਦੋਂ ਬੰਦਾ ਧਰਮ ਨੂੰ ਸਮਝ ਜਾਂਦਾ ਹੈ, ਧਰਮ ਦੀ ਗੱਲ ਜਿਹਦੇ ਜੇਨ ਵਿੱਚ ਵਸ ਜਾਂਦੀ ਹੈ ਨਾ, ਉਹ ਸਮਝ ਜਾਂਦਾ ਹੈ ਕਿ ਸਤਿ ਵਾਹਿਗੁਰੂ। ਹੁਣ ਕਿਤੇ ਨਾ ਕਿਤੇ ਐਸੀ ਭਾਵਨਾ ਬਣੀ ਹੋਈ ਹੈ ਨਿਹੰਗ ਖਾਂ ਦੀ। ਤੇ ਜਦੋਂ ਨਿਹੰਗ ਖਾਂ ਨੂੰ ਪਤਾ ਲੱਗਿਆ ਕਿ ਮੇਰੇ ਆਵਿਆਂ ਦੇ ਕੋਲ ਸਤਿਗੁਰਾਂ ਨੇ ਠਹਿਰਾ ਕੀਤਾ, ਚਲਿਆ ਗਿਆ। ਜਾ ਕੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਆਇਓ, ਬਹਾਨਾ ਬਣਿਆ, ਕੋਈ ਵਿਧ ਬਣੀਆਂ, ਕਿਰਪਾ ਕਰੋ, ਆਓ ਮੇਰੇ ਗਰੀਬ ਦੇ ਘਰੇ ਚਰਨ ਪਾਓ। ਆਖੋ ਸਤਿਨਾਮ। ਮਹਾਰਾਜ ਕਦੇ ਸੁਭਾਗ ਬਣ ਜੇ, ਕਦੇ ਸਮਾਂ। ਵੇਖੋ ਮੁਸਲਮਾਨ ਨਿਹੰਗ ਖਾਂ ਕਿੰਨੇ ਪਿਆਰ ਦੇ ਨਾਲ ਗੁਰੂ ਕਲਗੀਧਰ ਸਾਹਿਬ ਮਹਾਰਾਜ ਨੂੰ ਆਵਾਜ਼ਾਂ ਦਿੰਦਾ, ਬੇਨਤੀਆਂ ਕਰਦਾ। ਆਇਓ ਪਾਤਸ਼ਾਹ ਮੇਰੇ ਘਰ ਦੀ ਗਰੀਬ ਦੇ, 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 ਆਇਓ ਆਇਓ ਪਾਤਸ਼ਾਹ ਮੇਰੇ ਘਰ ਦੀ ਗਰੀਬ ਦੇ, ਆਇਓ ਪਾਤਸ਼ਾਹ ਮੇਰੇ ਘਰ ਦੀ ਗਰੀਬ ਦੇ, ਆਇਓ ਆਇਓ ਪਾਤਸ਼ਾਹ ਮੇਰੇ ਘਰ ਦੀ ਗਰੀਬ ਦੇ, ਆਇਓ ਆਇਓ ਪਾਤਸ਼ਾਹ ਮੇਰੇ ਘਰ ਦੀ ਗਰੀਬ ਦੇ, ਆਇਓ ਪਾਤਸ਼ਾਹ ਮੇਰੇ ਘਰ ਦੀ ਗਰੀਬ ਦੇ, ਆਇਓ ਆਇਓ ਪਾਤਸ਼ਾਹ, ਆਇਓ ਆਇਓ ਪਾਤਸ਼ਾਹ, ਆਇਓ ਪਾਤਸ਼ਾਹ, ਆਇਓ ਪਾਤਸ਼ਾਹ ਜੀ ਕਦੇ, ਆਇਓ ਪਾਤਸ਼ਾਹ, ਆਇਓ ਆਇਓ ਪਾਤਸ਼ਾਹ, ਆਇਓ ਪਾਤਸ਼ਾਹ ਕਦੇ, ਆਇਓ ਪਾਤਸ਼ਾਹ ਜੀ, ਆਇਓ ਪਾਤਸ਼ਾਹ ਕਦੇ, ਆਇਓ ਪਾਤਸ਼ਾਹ ਜੀ, ਆਇਓ ਪਾਤਸ਼ਾਹ, ਆਇਓ ਪਾਤਸ਼ਾਹ। ਹਾਂਜੀ ਆਇਓ ਪਾਤਸ਼ਾਹ ਮੇਰੇ ਘਰ ਦੀ ਗਰੀਬ ਦੇ, 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 ਆਇਓ ਪਾਤਸ਼ਾਹ ਮੇਰੇ ਘਰ ਦੀ ਗਰੀਬ ਦੇ। ਬੇਨਤੀ ਕੀਤੀ ਨਿਹੰਗ ਖਾਂ ਨੇ,
ਪਾਤਸ਼ਾਹ ਕਦੇ ਮੇਰੇ ਘਰ 'ਚ ਚਰਨ ਪਾ ਦਿਓ। ਪਹਿਲੀ ਵਾਰ ਫਿਰ ਪਾਤਸ਼ਾਹ ਭਗਾਣੀ ਤੋਂ ਆਉਂਦਿਆਂ ਇਹਦੇ ਘਰ ਗਏ, ਪਿਆਰ ਬਣ ਗਿਆ। ਇਹਦੇ ਰਿਸ਼ਤੇਦਾਰ ਸੀ ਗਣੀ ਖਾਂ, ਨਵੀ ਖਾਂ, ਜਿਨ੍ਹਾਂ ਨੇ ਬਾਅਦ ਵਿੱਚ ਵੀ ਉੱਚ ਦੇ ਪੀਰ ਬਣਨ ਵੇਲੇ ਪਾਤਸ਼ਾਹ ਦੇ ਨਾਲ ਬੜੀ ਵੱਡੀ ਸੇਵਾ ਕੀਤੀ ਹੈ। ਤੇ ਗੁਰਮੁਖ ਪਿਆਰਿਓ, ਘੋੜਿਆਂ ਦਾ ਵਪਾਰੀ ਬਣ ਗਿਆ ਨਿਹੰਗ ਖਾਂ। ਜਿੱਥੇ ਆਵੇ ਲੱਗੇ ਉੱਥੇ ਘੋੜੇ ਲਿਆਉਣੇ ਕਾਬਲ ਕੰਧਾਰ ਤੋਂ ਜਾ ਕੇ ਲਿਆ ਕੇ ਆਨੰਦਪੁਰ ਸਾਹਿਬ ਉਹਨਾਂ ਦਾ ਵਪਾਰ ਕਰਨਾ। ਬੜੇ ਚਾਅ ਨਾਲ ਪਾਤਸ਼ਾਹ ਦੇ ਸਿੱਖਾਂ ਲਈ, ਫੌਜਾਂ ਲਈ ਘੋੜੇ ਖਰੀਦ ਕੇ ਲਿਆਉਂਦਾ। ਪਹਿਲੀ ਵਾਰ ਭੰਗਾਣੀ ਤੋਂ ਆਉਂਦੇ ਆ ਬੇਨਤੀ ਪ੍ਰਵਾਨ ਕਰਕੇ ਮਹਾਰਾਜ ਜੀ ਦੇ ਘਰੇ ਗਏ। ਦੂਜੀ ਵਾਰ ਕੁਰੂਕਸ਼ੇਤਰ ਵੱਲ ਜਾ ਰਹੇ ਸੀ ਪਾਤਸ਼ਾਹ ਆਨੰਦਪੁਰ, ਵਿਆਹ ਦਾ ਕਾਰਜ ਹੋਇਆ। ਤੀਜੀ ਵਾਰ ਨਿਹੰਗ ਖਾਂ ਨੇ ਬੁਲਾਇਆ ਪਾਤਸ਼ਾਹ ਨੂੰ, ਮਹਾਰਾਜ ਮੇਰੀਆਂ ਖੁਸ਼ੀਆਂ ਵਿੱਚ ਆਓ। ਸਾਹਿਬ ਛੱਡ ਕੇ ਤੁਰੇ ਗਏ। ਸਰਸਾ ਨੂੰ ਪਾਰ ਕਰਕੇ ਰੋਪੜ ਦੇ ਲਾਗੇ ਜਦੋਂ ਕੋਟਲੇ ਪਿੰਡ ਵਿੱਚ ਦੀ ਲੰਘਣ ਲੱਗੇ ਨਾ ਪਾਤਸ਼ਾਹ, ਫੇਰ ਇਹਨੇ ਬੇਨਤੀ, ਇਹਨੂੰ ਪਤਾ ਲੱਗ ਗਿਆ ਪਰ ਸਮਾਂ ਇਹੋ ਜਿਹਾ ਸੀ, ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਜਹੂ ਦਿਸ ਘੇਰਾ, ਵਿਪਤ ਪਰੀ ਸਭ ਹੀ। ਵਿਖੜੇ ਪਿੰਡਿਆਂ ਵਿੱਚੋਂ ਦੀ ਲੰਘਣਾ ਪੈਣਾ। ਤੇ ਜਦੋਂ ਨਿਹੰਗ ਖਾਂ ਨੂੰ ਪਤਾ ਲੱਗਿਆ ਵੀ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਤੇ ਔਖਾ ਸਮਾਂ ਆਇਆ ਹੈ, ਤੇ ਗੁਰਮੁਖ ਪਿਆਰਿਓ ਹੱਥ ਜੋੜ ਕੇ ਫੇਰ ਅੱਜ ਜਿਵੇਂ ਪਹਿਲੀ ਵਾਰ ਆਇਆ ਸੀ ਨਾ ਵੀ ਮਹਾਰਾਜ ਚਲੋ ਮੇਰੇ ਘਰ, ਅੱਜ ਚੌਥੀ ਵਾਰ ਘਰ ਲਿਜਾਣ ਲਈ ਫੇਰ ਉਵੇਂ ਬੇਨਤੀਆਂ ਕੀਤੀਆਂ। ਸਮਾਂ ਬੜਾ ਔਖਾ ਸੀ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਬੜੇ ਨੇ ਇੱਥੇ ਸੁੱਖਾਂ ਵਿੱਚ ਬੂਹੇ ਖੋਲਣ ਵਾਲੇ, ਤੇ ਜਦੋਂ ਪਤਾ ਲੱਗ ਜੇ ਵਿਪਤਾ ਪਈ ਹੈ, ਦੁੱਖ ਪਿਆ, ਤੇ ਮੂੰਹ ਪਾਸੇ ਕਰਕੇ ਲੰਘ ਜਾਂਦੇ, ਕਿਤੇ ਕੋਈ ਮਤਲਬ ਹੀ ਨਾ ਕਹਿ ਦੇ, ਕਿਤੇ ਕੁਝ ਮੰਗੀ ਨਾ ਲਵੇ, ਆਪਣੇ ਆਪਣਿਆਂ ਤੋਂ ਮੂੰਹ ਮੋੜਦੇ ਵੇਖਿਆ ਸਤਨਾਮ। ਪਰ ਇੱਥੇ ਨਿਹੰਗ ਖਾਂ ਅੱਗੇ ਹੋ ਕੇ ਖੜ ਗਿਆ ਪਾਤਸ਼ਾਹ। ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈਂਦੀ ਜੀ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈਂਦੀ ਜੀ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈਂਦੀ ਜੀ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈਂਦੀ ਜੀ, ਵਿੱਚ ਸੁੱਖਾਂ ਦੇ ਸਾਰੀ ਨੇੜੇ ਟੁਕ ਟੁਕ ਬੈਂਦੀ ਜੀ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈਂਦੀ ਜੀ। ਸਵੇਲੇ ਭਰ ਕੇ ਜਾਣ ਸਜਣ, ਭਰ ਕੇ ਜਾਣ ਸਜਣ, ਉਸ ਵੇਲੇ ਬਾਜੀ ਉਲਟੀ ਪੈਂਦੀ ਜੀ, ਪੈਂਦੀ ਜੀ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈਂਦੀ ਜੀ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈਂਦੀ ਜੀ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈਂਦੀ ਜੀ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈਂਦੀ ਜੀ, ਵਿੱਚ ਸੁੱਖਾਂ ਦੇ ਸਾਰੀ ਦੁਨੀਆ। ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਜਹੂ ਦਿਸ ਘੇਰਾ, ਵਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਮਤ। ਬੰਦ ਕਰਨ ਵਾਲੇ ਵੀ ਪੂਰਨ ਮਸੰਦ ਵਰਗੇ, ਜਿਹੜੇ ਘਰੋਂ ਆਏ ਸਤਿਗੁਰੂ ਨੂੰ ਮੋੜਦੇ ਨੇ, ਕਹਿੰਦੇ ਜਾ ਕਹਿੰਦੇ ਜਿਉਣਿਆ ਮੇਰਾ ਤਾਂ ਮਾਲਕ ਹੀ ਘਰੇ ਨਹੀਂ ਹੈ। ਆਖੋ ਸਤਿਨਾਮ। ਉਹ ਵੀ ਸੀ ਰਸਤਿਆਂ ਵਿੱਚ, ਤੇ ਰਸਤਿਆਂ ਵਿੱਚ ਉਹ ਪਲਕਾਂ ਵਿਛਾਈ ਬੈਠੇ ਨੇ ਨਿਹੰਗ ਖਾਂ ਵਰਗੇ ਵੀ। ਆਓ ਪਾਤਸ਼ਾਹ ਮੇਰੇ ਘਰ ਚੱਲੋ। ਪਾਤਸ਼ਾਹ ਕਹਿੰਦੇ ਨਿਹੰਗ ਖਾਂ ਤੈਨੂੰ ਪਤਾ ਹੋਣਾ ਹੈ ਪਿੱਛੇ ਫੌਜਾਂ ਆ ਰਹੀਆਂ, ਅਸੀਂ ਨਹੀਂ ਚਾਹੁੰਦੇ ਤੇਰੀ ਨਗਰੀ ਦਾ, ਤੇਰੇ ਪਰਿਵਾਰ ਦਾ, ਤੇਰੇ ਆਂਢ ਗੁਆਂਢ ਦਾ ਕੋਈ ਨਫਾ ਨੁਕਸਾਨ ਹੋ ਜਾਵੇ, ਇਸ ਕਰਕੇ ਭਾਈ ਸਾਨੂੰ ਚਲੇ ਜਾਣ ਲਈ। ਕਹਿੰਦਾ ਨਹੀਂ ਪਾਤਸ਼ਾਹ, ਫਿਰ ਪ੍ਰੀਤ ਕਾਹਦੀ। ਆਖੋ ਸਤਨਾਮ। ਚਲੋ ਮੇਰੇ ਘਰ ਚੱਲੋ ਮੇਰੇ ਨਾਲ। ਬੇਨਤੀ ਕਰਕੇ ਘਰ ਲੈ ਗਿਆ। ਕੁਝ ਸਿੱਖ ਬਾਹਰ ਰੁਕ ਗਏ, ਉਡੀਕ ਕਰਦੇ ਨੇ ਭਾਈ ਬਚਿੱਤਰ ਸਿੰਘ ਦੀ, ਬਾਬਾ ਅਜੀਤ ਸਿੰਘ ਹੋਰਾਂ ਦੀ ਫੌਜ ਦੀ, ਜਿਹੜੀ ਪਿੱਛੇ ਰਹਿ ਚੁੱਕੀ ਹੈ। ਉਡੀਕ ਕਰਦਿਆਂ ਬਾਬਾ ਅਜੀਤ ਸਿੰਘ ਜੀ ਮੇਰੇ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ
ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਜੀ ਦੇ ਸਰੀਰ ਨੂੰ ਲੈ ਕੇ ਘੋੜੇ ਤੇ ਆ ਰਹੇ ਆ, ਤੇ ਜਿਹੜੇ ਸਿੱਖ ਖੜੇ ਸੀ ਉਹਨਾਂ ਨੇ ਆਖਿਆ ਬਾਬਾ ਅਜੀਤ ਸਿੰਘ ਜੀ ਨੂੰ, ਆਓ ਜੀ ਨਿਹੰਗ ਖਾਂ ਦੀ ਹਵੇਲੀ 'ਚ ਚੱਲੋ। ਪਾਤਸ਼ਾਹ ਉੱਥੇ ਰੁਕੇ ਹੋਏ ਨੇ। ਹੁਣ ਨਿਹੰਗ ਖਾਂ ਦੇ ਘਰ ਪਹੁੰਚ ਕੇ ਬਾਬਾ ਅਜੀਤ ਸਿੰਘ ਜੀ ਭਾਈ ਬਚਿੱਤਰ ਸਿੰਘ ਦੇ ਜ਼ਖਮੀ ਬੇਹੋਸ਼ ਹੋਏ ਸਰੀਰ ਨੂੰ ਲੈ ਕੇ, ਕੋਈ ਸੁੱਧ ਬੁੱਧ ਨਹੀਂ, ਫੱਟ ਬੜੇ ਲੱਗੇ ਨੇ, ਲਹੂ ਬੜਾ ਵਗ ਰਿਹਾ। ਨਿਹੰਗ ਖਾਂ ਦੇ ਘਰੇ ਲਿਆ ਕੇ ਪਲੰਗ ਤੇ ਲਟਾ ਲਿਆ ਭਾਈ ਬਚਿੱਤਰ ਸਿੰਘ ਨੂੰ, ਮੱਲਮ ਪੱਟੀਆਂ ਕਰਨੀਆਂ ਸ਼ੁਰੂ ਕੀਤੀਆਂ, ਲਹੂ ਦਾ ਵਹਾਅ ਜਿਹੜਾ ਉਹ ਬੰਦ ਕੀਤਾ, ਪੈਰਾਂ ਦੀਆਂ ਤਲੀਆਂ ਮਲਣੀਆਂ ਸ਼ੁਰੂ ਕਰ ਦਿੱਤੀਆਂ, ਹੱਥਾਂ ਦੀਆਂ ਤਲੀਆਂ ਦੀ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ, ਬੈਦਾਂ ਨੂੰ ਬੁਲਾਉਣ ਦੇ ਯਤਨ ਕੀਤੇ ਗਏ। ਜੋ ਹੋ ਸਕਿਆ ਉਸ ਨਾਜ਼ੁਕ ਸਮੇਂ ਦੇ ਵਿੱਚ ਉਹ ਪ੍ਰਬੰਧ ਕੀਤਾ। ਇੰਨੇ ਵਿੱਚ ਨਹੀਂ ਹੈ, ਕੋਈ ਪਤਾ ਨਹੀਂ ਕਦੋਂ ਤੇਰੇ ਪਿੰਡ ਨੂੰ, ਤੇਰੇ ਘਰ ਨੂੰ ਘੇਰਾ ਪੈ ਜਾਏ ਤੇ ਇੱਥੇ ਬੜਾ ਨੁਕਸਾਨ ਹੋ ਜਾਣਾ ਸਾਰਿਆਂ ਦਾ। ਇਸ ਕਰਕੇ ਸਾਨੂੰ ਇੱਥੋਂ ਭਾਈ ਹੁਣ ਜਾਣ ਦੀ ਇਜਾਜ਼ਤ ਚਾਹੀਦੀ। ਨਿਹੰਗ ਖਾਂ ਕਹਿੰਦਾ, ਨਹੀਂ ਪਾਤਸ਼ਾਹ ਜਾਓਗੇ ਕਿੱਥੇ, ਫੌਜ ਬੜੀ ਥੋੜੀ ਤੁਹਾਡੇ ਨਾਲ, ਹੁਣ 40 ਕੁ ਸਿੰਘ ਬਚੇ ਸੀ ਸਰਸਾ ਤੋਂ ਬਾਅਦ, ਇੰਨੇ ਕੁ ਸਿੰਘਾਂ ਦੇ ਨਾਲ ਅੱਗੇ ਫੌਜਾਂ ਟੱਕਰ ਗਈਆਂ ਤੇ ਕੀ ਕਰੋਗੇ, ਚਲੋ ਮੈਂ ਆਪਣਾ ਪਰਿਵਾਰ ਲੈ ਕੇ, ਆਪਣੀਆਂ ਫੌਜਾਂ ਲੈ ਕੇ ਤੁਹਾਡੇ ਨਾਲ ਚੱਲਣਾ। ਪਾਤਸ਼ਾਹ ਕਹਿੰਦੇ, ਨਹੀਂ ਤੂੰ ਨਹੀਂ ਜਾਣਾ, ਤੈਨੂੰ ਵੀ ਸੇਵਾ ਦੇ ਕੇ ਜਾਵਾਂਗੇ। ਹੁਣ ਸੇਵਾ ਕਿਹੜੀ ਹੈ? ਪਾਤਸ਼ਾਹ ਵਿਦਾਇਗੀ ਲੈਣ ਲੱਗੇ ਤੇ ਕਹਿਣ ਲੱਗੇ, ਲੈ ਨਿਹੰਗ ਆ ਗਿਆ, ਤੰਦਰੁਸਤ ਹੋ ਗਿਆ, ਚੜ੍ਹਦੀ ਕਲਾ ਵਿੱਚ ਆ ਗਿਆ, ਫੇਰ ਤੂੰ ਨਾਲ ਲੈ ਕੇ ਆ ਜੀ, ਅੱਗੇ ਉਡੀਕਾਂਗੇ ਰਸਤੇ ਵਿੱਚ। ਪਰ ਜੇ ਰੱਬ ਦਾ ਭਾਣਾ, ਰੱਬ ਦੀ ਰਜ਼ਾ ਐਸੀ ਹੋਈ, ਉਹਦਾ ਹੁਕਮ, ਜਿਨ ਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ ਭਾਈ, ਕਿਤੇ ਉਹਦਾ ਨਿਯਮ ਹੈ, ਉਹਦਾ ਹੁਕਮ ਹੈ, ਰਾਣਾ ਰਓ ਨਾ ਹੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਜੇ ਸਮਾਂ ਹੀ ਇਦਾਂ ਦਾ ਬਣ ਗਿਆ ਨਾ, ਫਿਰ ਭਾਈ ਇਹਦਾ ਸੰਸਕਾਰ ਕਰਨਾ, ਇਹਦੇ ਪੰਜ ਭੂਤਿਕ ਸਰੀਰ ਨੂੰ ਮਿੱਟੀ ਵਿੱਚ, ਤੱਤਾਂ ਵਿੱਚ ਤਬਦੀਲ ਕਰਨ ਦੀ ਜ਼ਿੰਮੇਵਾਰੀ ਤੇਰੀ ਹੈ। ਅਗਨ ਭੇਦ ਕਰਨਾ ਸਰੀਰ ਨੂੰ। ਸਾਰਾ ਪਰਿਵਾਰ ਹੱਥ ਜੋੜ ਕੇ ਸਤਿਗੁਰਾਂ ਨੂੰ ਵਧਾਈ ਦਿੰਦਾ ਅਤੇ ਆਪਣੇ ਪੁੱਤਰ ਨੂੰ ਨਾਲ ਭੇਜਿਆ ਵੀ ਅੱਗੇ ਚਮਕੌਰ ਪਿੰਡ ਤੱਕ ਤੂੰ ਰਸਤਾ ਦਿਖਾ ਕੇ ਆ, ਜਾ ਕੇ ਦੱਸ। ਤੇ ਗੁਰਮੁਖ ਪਿਆਰਿਓ, ਹੁਣ ਘਰ ਦੇ ਵਿੱਚ ਭਾਈ ਬਚਿੱਤਰ ਸਿੰਘ ਦੀ ਸੇਵਾ ਸੰਭਾਲ ਵਿੱਚ ਲੱਗੇ ਨੇ। ਇੰਨੇ ਵਿੱਚ ਨਾ ਪਿੰਡ ਵਿੱਚ ਡੋਲੀ ਪਿੱਟ ਗਈ। ਬਚਿੱਤਰ ਸਿੰਘ ਦਾ ਸਰੀਰ, ਬਚਿੱਤਰ ਸਿੰਘ ਦਾ ਮਿਲ ਗਿਆ ਸਰੀਰ ਤੇ ਫਿਰ ਆਪਣਾ ਰਾਖਾ ਕੋਈ ਨਹੀਂ। ਇਹਨਾਂ ਨੇ ਤਾਂ ਕੋਲੂ ਚ ਪੀੜ ਦੇਣਾ, ਇਹ ਕਿਸੇ ਦੀ ਫਿਰ ਪ੍ਰਵਾਹ ਨਹੀਂ ਕਰਦੇ। ਡੋਂਡੀ ਪਿੱਟੀ ਗਈ ਹੈ, ਕਿਸੇ ਦੇ ਘਰੋਂ ਕੋਈ ਸਿੱਖ ਜਾਂ ਗੁਰੂ ਨਾ ਮਿਲ ਜੇ। ਹੁਣ ਕੀ ਕਰਾਂਗੇ? ਨਿਹੰਗ ਖਾਂ ਕਹਿੰਦਾ, ਕਿਉਂ ਡੋਲਦੇ ਹੋ? ਉਹ ਮੇਰੇ ਗੁਰੂ ਦੀ ਬਾਣੀ ਕਹਿੰਦੀ, ਰੰਗ ਹੱਸਾ ਰੰਗ ਰੋਗ ਚੁੱਪ ਭੀ ਪ੍ਰਵਾਹ ਨਹੀਂ ਬਾਜ ਸੱਚੇ। ਬੜੇ ਬੰਦੇ ਹੁੰਦੇ ਐ ਅਸੀਂ ਬਿਰਤੀ ਦੇ, ਦੁੱਖ ਕੋਹਾਂ ਤੇ ਖੜਾ ਹੁੰਦਾ ਚੀਕਾਂ ਪੈ। ਆਈ ਤੂੰ ਵੇਖਾਂਗੇ ਪਹਿਲਾਂ ਹੀ ਕਿਉਂ ਮਰਿਆ ਫਿਰਦਾ, ਆਈ ਤੂੰ ਵੇਖਾਂਗੇ ਪਹਿਲਾਂ ਹੀ ਕਿਉਂ ਮਰਿਆ ਫਿਰਦਾ, ਆਈ ਤੇ 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 ਵੇਖਾਂਗੇ ਪਹਿਲਾਂ ਹੀ ਕਿਉਂ ਮਰਿਆ ਫਿਰਦਾ, ਪਹਿਲਾਂ ਹੀ ਕਿਉਂ ਡਰਿਆ ਫਿਰਦਾ, ਪਹਿਲਾਂ ਹੀ ਕਿਉਂ ਡਰਿਆ ਫਿਰਦਾ, ਪਹਿਲਾਂ ਹੀ ਕਿਉਂ ਡਰਿਆ ਫਿਰਦਾ, ਪਹਿਲਾਂ ਹੀ ਕਿਉਂ, ਪਹਿਲਾਂ ਹੀ ਕਿਉਂ ਡਰਿਆ ਫਿਰਦਾ, ਪਹਿਲਾਂ ਹੀ ਕਿਉਂ ਡਰਿਆ ਫਿਰਦਾ, ਪਹਿਲਾਂ ਹੀ ਕਿਉਂ ਡਰਿਆ
ਆਈ ਤੇ ਵੇਖਾਂਗੇ ਪਹਿਲਾਂ ਹੀ ਕਿਉਂ ਡਰਿਆ ਫਿਰਦਾ, ਆਈ ਤੇ ਵੇਖਾਂਗੇ ਪਹਿਲਾਂ ਹੀ ਕਿਉਂ ਮਰਿਆ ਫਿਰਦਾ, ਆਈ ਤੇ ਵੇਖਾਂਗੇ ਪਹਿਲਾਂ ਕਿਉਂ ਮਰਿਆ ਫਿਰਦਾ, ਆਈ ਤੇ ਵੇਖਾਂਗੇ ਪਹਿਲਾਂ ਹੀ ਕਿਉਂ ਮਰਿਆ ਫਿਰਦਾ, ਆਈ ਤੇ ਵੇਖਾਂਗੇ ਪਹਿਲਾਂ ਕਿਉਂ ਮਰਿਆ ਫਿਰਦਾ, ਆਈ ਤੇ ਵੇਖਾਂਗੇ ਪਹਿਲਾਂ ਕਿਉਂ ਮਰਿਆ ਫਿਰਦਾ। ਦੁੱਖ ਦਾ ਨਾਂ ਸੁਣਿਆ ਨਹੀਂ ਤੇ ਪਹਿਲਾਂ ਹੀ ਡੋਲ ਜਾਂਦੇ। ਕਿਤੇ ਡਾਕਟਰ ਕਹੀ ਦੇਣ ਨਾ ਵੀ ਆਹ ਟੈਸਟ ਕਰਾ ਲਓ, MRI ਕਰਾ ਲਓ, ਕਰਾਉਣ ਤੋਂ ਪਹਿਲਾਂ ਹੀ ਡੋਲ ਜਾਂਦੇ। ਕਈ ਵੀ ਪਤਾ ਨਹੀਂ ਕਿਉਂ ਕਹਿਤਾ, ਕਈ ਹੋਣ ਤੋਂ ਬਾਅਦ, ਪਤਾ ਲੱਗਣ ਤੋਂ ਬਾਅਦ ਵੀ ਭਿਅੰਕਰ ਬਿਮਾਰੀਆਂ, ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਲੱਗੀਆਂ। ਪਰ ਜਿਹੜੇ ਮਨ ਕਰਕੇ ਜਿੱਤ ਜਾਂਦੇ ਫਿਰ ਉਹ ਐਡੇ ਵੱਡੇ ਰੋਗਾਂ ਨੂੰ ਵੀ ਹਰਾ ਜਾਂਦੇ। ਉਹ ਕਹਿੰਦੇ ਆਏਗੀ ਜਦੋਂ ਦੇਖੀ ਜਾਏਗੀ, ਪਹਿਲਾਂ ਹੀ ਕਿਉਂ ਮਰੀਏ। ਰੱਬ ਨੇ ਜਿਉਣ ਲਈ ਦਿੱਤਾ ਸਾਨੂੰ, ਜਿਉਂ ਕੇ ਵੇਖੀਏ, ਜਿਉਂ ਕੇ ਦਿਖਾਈਏ। ਬੜੇ ਉਦਾਹਰਨਾਂ ਨੇ, ਬੜੇ ਸਬੂਤ ਐਸੇ ਨੇ ਸਮਾਜ ਵਿੱਚੋਂ, ਸਾਡੇ ਨਗਰਾਂ ਚੋਂ ਹੀ ਮਿਲ ਜਾਣਗੇ। ਫਲਾਣੇ ਬੰਦੇ ਨੂੰ ਵੀ ਬੜਾ ਵੱਡਾ ਦੁੱਖ ਸੀ ਪਰ ਹਾਰਿਆ ਨਹੀਂ, ਡਰਿਆ ਨਹੀਂ। ਪਰ ਇੱਕ ਹੁੰਦਾ ਤੰਦਰੁਸਤ ਹੈ, ਬਸ ਥੋੜਾ ਜਿਹਾ ਸ਼ੱਕ ਹੋ ਗਿਆ ਵੀ ਹਾਂ ਜੀ ਆਹ ਰੋਗ ਹੈ, ਪਹਿਲਾਂ ਹੀ ਦਹਿਲ ਜਾਂਦੇ ਨੇ, ਮਨ ਕਰਕੇ ਰੋਗੀ ਹੋ ਜਾਂਦੇ, ਡਰ ਜਾਂਦੇ। ਹੁਣ ਮੌਤ ਬੜੀ ਨੇੜੇ ਘੁੰਮਦੀ ਹੈ। ਕੋਟਲਾ ਨਿਹੰਗ ਖਾਨ ਦੇ ਘਰ ਦੇ ਨਾਲ ਦੇ ਸਾਥੀ ਕਹਿੰਦੇ ਹੁਣ ਕੀ ਕਰਾਂਗੇ? ਉਹ ਕਹਿੰਦੇ ਪਹਿਲਾਂ ਹੀ ਕਿਉਂ ਡਰਦੇ ਹੋ, ਜਦੋਂ ਹੋਏਗਾ ਵੇਖਾਂਗੇ, ਕੋਈ ਗੱਲ ਨਹੀਂ, ਆ ਲੈਣ ਦੋ। ਹੁਣ ਜਿਹੜੀ ਸਿਰ ਪਈ ਹੈ ਨਾ ਉਹ ਤਾਂ ਲਗਾਉਣੀ ਪੈਣੀ ਹੈ। ਆਖੋ ਸਤਿਨਾਮ। ਹੁਣ ਪਾਸੇ ਤੇ ਹਟ ਨਹੀਂ ਸਕਦੇ, ਹੁਣ ਪਾਸੇ ਨਹੀਂ ਹਟ ਸਕਦੇ। ਜਿਹੜੀ ਸਿਰ ਪੈ ਗਈ ਹੁਣ ਲੰਘਾਵਾਂਗੇ। ਕਬੀਲਦਾਰੀਆਂ, ਦੁੱਖ ਸੁੱਖ, ਪਰਿਵਾਰਕ ਰਿਸ਼ਤੇ, ਨਾਤੇ ਹੈ ਹੀ ਇਹ ਦੁੱਖਾਂ ਸੁੱਖਾਂ ਦੀ ਖੇਡ ਹੈ। ਕਦੇ ਇਹਦੇ ਵਿੱਚ ਖੁਸ਼ੀਆਂ ਆ ਗਈਆਂ, ਸੰਜੋਗ ਵਿਜੋਗ ਦੋਇ ਕਾਰ ਚਲਾਵੇ, ਲੇਖੇ ਆਵੇ ਭਾਗ। ਇਹ ਭਾਗ ਨਹੀਂ ਜੀ, ਕੋਈ ਗੱਲ ਨਹੀਂ। ਆ ਗਏ ਜਿਹੋ ਜਿਹੇ ਭਾਗ ਆਏ ਉਹਦੀ ਰਜਾ ਵਿੱਚ ਲੰਘਾਵਾਂਗੇ। ਉਹਦਾ ਹੁਕਮ ਹੈ ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਦੇਵੈ ਲੈ। ਆਪਣੀ ਕੁਦਰਤ ਆਪੇ ਜਾਣਾ ਹੈ, ਆਪੇ ਕਰਨ ਕਰੇ। ਇਹ ਉਹਦੀ ਰਜਾ, ਉਹਦਾ ਹੁਕਮ ਹੈ। ਮੈਂ ਉਹਦੀ ਰਜਾ ਵਿੱਚ ਪ੍ਰਭ ਕੀ ਆਗਿਆ ਮਾਨ ਸੁਖ ਪਾਏ। ਸੁਖੀ ਉਹਦੀ ਰਜਾ ਵਿੱਚ, ਫਿਰ ਕਿਉਂ ਭੱਜੀ ਉਹਦੀ ਰਜਾ ਚੋਂ। ਤੇ ਗੁਰਮੁਖ ਪਿਆਰਿਓ, ਸੁਭਾਵਿਕ ਜੋ ਹੋਣਾ ਸੀ ਹੋਇਆ। ਬੂਹਾ ਖੜਕਿਆ, ਦਰਵਾਜ਼ਾ ਖੁਲਾਇਆ ਗਿਆ। ਪਰ ਦਰਵਾਜ਼ਾ ਖੁੱਲਣ ਤੋਂ ਪਹਿਲਾਂ ਇੱਕ ਵਿਧ ਬਣਾਇਆ, ਇੱਕ ਤਰੀਕਾ ਵਰਤਿਆ ਨਿਹੰਗ ਖਾਨ ਨੇ। ਆਪਣੀ ਧੀ ਬੀਬੀ ਮੁਮਤਾਜ ਨੂੰ ਨਾ ਕੋਲ ਬੁਲਾ ਕੇ ਆਖਿਆ, ਧੀਏ ਜਦੋਂ ਆਪਣੇ ਘਰ ਦੀ ਤਲਾਸ਼ੀ ਹੋਵੇਗੀ ਨਾ, ਫੁੱਲਾਂ ਵਾਲੀ ਫੁਲਕਾਰੀ ਬਚਿੱਤਰ ਸਿੰਘ ਦੇ ਸਰੀਰ ਦੇ ਉੱਤੋਂ ਦੀ ਪਾ ਦੇ, ਪਤਾ ਨਾ ਲੱਗੇ ਵੀ ਇੱਥੇ ਕੋਈ ਜ਼ਖਮੀ ਪਿਆ। ਪੈਰਾਂ ਵਾਲੇ ਪਾਸੇ ਬਹਿ ਜਾ, ਪੈਰਾਂ ਨੂੰ ਹੱਥ ਲਾ, ਲੱਤਾਂ ਨੂੰ ਹੱਥ ਲਾ। ਜਦੋਂ ਆਉਣਗੇ ਤੈਨੂੰ ਪੁੱਛਣਗੇ, ਤੂੰ ਕਹਿ ਦੇ ਵੀ ਮੇਰਾ ਪਤੀ ਆਰਾਮ ਕਰਦਾ ਹੈ। ਉਸ ਸਤਨਾਮ। ਜਿਨ੍ਹਾਂ ਨੇ ਨਿਭਾਉਣੀਆਂ ਨੇ ਨਿਭਾ ਜਾਂਦੇ। ਤੂੰ ਕਹਿ ਦੇ ਮੇਰਾ ਪਤੀ ਹੈ। ਕਹਿੰਦੀ ਸਤ ਵਚਨ ਤੁਹਾਡੀ, ਜਿਵੇਂ ਤੁਹਾਡਾ ਹੁਕਮ ਪ੍ਰਵਾਨ ਹੈ। ਮੈਨੂੰ ਫੁੱਲ ਤਿਆਰੀ ਵਿੱਚ ਜਦੋਂ ਆਏ, ਬੂਹਾ ਖੜਕਿਆ, ਤਲਾਸ਼ੀ। ਭਾਵੇਂ ਕਿਹਾ ਮੇਰਾ ਧੀ ਜਵਾਈ ਨੇ ਇੱਥੇ ਇਸਲਾਮ ਦੇ ਵਿੱਚ ਬਹੁਤ ਵੱਡੇ ਪਰਦੇ ਨੇ, ਪਰ ਫਿਰ ਵੀ ਉਹਨਾਂ ਨੇ ਮੰਨੀ ਨਹੀਂ। ਅਖੀਰ ਨੂੰ ਪੁੱਛਿਆ ਆਵਾਜ਼ ਦੇ ਕੇ, ਅੰਦਰ ਕੌਣ ਹੈ? ਕਹਿੰਦੀ ਮੈਂ ਮੁਮਤਾਜ। ਮੁਮਤਾਜ ਧੀਏ ਕੀ ਕਰਦੀ ਹੈ? ਕਹਿੰਦੀ ਮੇਰਾ ਪਤੀ ਆਰਾਮ ਕਰਦਾ, ਰੌਲਾ ਨਾ ਪਾਓ, ਥੱਕ ਕੇ ਆਇਆ, ਮੈਂ ਸੇਵਾ ਕਰਦੀ ਹਾਂ। ਚਲੇ ਗਏ ਵਾਪਸ। ਹਵੇਲੀ ਦੇ ਦਰਵਾਜ਼ੇ ਬੰਦ ਹੋਏ, ਫੁਲਕਾਰੀਆਂ ਚਾਦਰਾਂ ਹਟਾਈਆਂ ਗਈਆਂ। ਵਾਲਾ ਹੁਣ ਵਿੱਚ ਨਹੀਂ ਸੀ ਰਿਹਾ। ਆਖੋ ਸਤਿਨਾਮ। ਆ ਜਿਹੜਾ ਬੈਠਾ ਨਾ ਸਾਡੇ ਸਾਰਿਆਂ ਚ, ਸਭ ਮੈਂ ਜੋਤ ਹੈ ਸੋਏ, ਤਿਸ ਦਾ ਚਾਨਣ, ਸਭ ਮੈਂ ਚਾਨਣ। ਆ ਜਿਹਦੀ ਕਿਰਪਾ ਨਾਲ ਸਰੀਰ ਦੀਆਂ ਸਾਰੀਆਂ ਨਾੜੀਆਂ ਦੀਆਂ ਨਬਜ਼ਾਂ ਚੱਲ ਰਹੀਆਂ, ਵਹਾਅ ਚੱਲ ਰਿਹਾ, ਦਿਲ ਚੱਲ ਰਿਹਾ, ਦਿਮਾਗ ਚੱਲ ਰਿਹਾ, ਅੱਖਾਂ ਖੁੱਲ ਰਹੀਆਂ, ਕੰਨ ਸੁਣ ਰਹੇ, ਜ਼ੁਬਾਨ ਬੋਲ ਰਹੀ, ਹੱਥ ਹਰਕਤ ਕਰਦੇ ਆ, ਜ਼ੁਬਾਨ ਬੋਲ ਰਹੀ ਹੈ, ਕਦਮਾਂ ਨਾਲ ਚੱਲ ਕੇ ਆ ਰਹੇ ਆ। ਤੇ ਜਿਸ ਦਿਨ ਉਹ ਰੱਬ ਦੀ ਜੋਤ ਵਾਲੀ ਸੁੱਚ ਬੰਦ ਹੋ ਗਈ ਨਾ, ਸਾਰਾ ਕੁਝ ਹੋਣਾ ਪਰ ਚੱਲਣਾ ਕਿਸੇ ਨੇ ਵੀ ਨਹੀਂ। ਆਖੋ ਸਤਿਨਾਮ। ਅੱਖਾਂ ਹੋਣਗੀਆਂ ਦੇਖ ਨਹੀਂ ਸਕਣਗੀਆਂ, ਕੰਨ ਹੋਣਗੇ ਸੁਣ ਨਹੀਂ ਸਕਣਗੇ,
ਪੈਰ ਹੋਣਗੇ ਪਰ ਚਾਰ ਭਰਾਵਾਂ ਦੇ ਮੋਢਿਆਂ ਤੇ ਜਾ ਰਿਹਾ ਹੋਵੇਗਾ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਉਹਨਾਂ ਚਿਰ ਹੀ ਹੈ ਇਹਨਾਂ ਤੇ ਤਾਂ ਜਿੰਨਾ ਚਿਰ ਰੱਬ ਹੈ ਇਹਦੇ ਵਿੱਚ। ਬੰਦਾ ਕਹਿੰਦਾ ਰੱਬ ਕਿੱਥੇ ਹੈ? ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਮਾਂ ਨੇੜੇ ਹੈ। ਭਾਈ ਬਚਿੱਤਰ ਸਿੰਘ ਜੀ ਸਰੀਰ ਛੱਡ ਗਏ, ਸ਼ਹੀਦ ਹੋ ਗਏ। ਹੁਣ ਫਿਰ ਆਪਣੀ ਜ਼ਮੀਨ ਵਿੱਚ ਅੰਗੀਠਾ ਚਿਣਿਆ, ਘਰ ਦੇ ਵਿੱਚੋਂ ਅਣਲੱਗ ਵਸਤਰਾਂ ਦੇ ਵਿੱਚ ਰੱਖ ਕੇ ਸਰੀਰ ਭਾਈ ਬਚਿੱਤਰ ਸਿੰਘ ਦਾ ਚਿਖਾ ਦੇ ਉੱਤੇ ਰੱਖਿਆ। ਸਾਰੇ ਪਰਿਵਾਰ ਦੀਆਂ ਅੱਖਾਂ ਵਿੱਚ ਵੈਰਾਗ ਦੇ ਅਥਰੂ ਨੇ। ਤੇ ਗੁਰਮੁਖ ਪਿਆਰਿਓ, ਅਗਨ ਭੇਟ ਕਰਨ ਵਾਸਤੇ ਜਦੋਂ ਨਿਹੰਗ ਖਾਂ ਅੱਗੇ ਹੋਇਆ ਨਾ ਤੀਲੀ ਲਾਉਣ ਵਾਸਤੇ, ਬੀਬੀ ਮੁਮਤਾਜ ਨੇ ਆ ਕੇ ਹੱਥੋਂ ਤੀਲੀ ਫੜ ਲਈ। ਕਹਿੰਦੀ ਅੱਬਾ ਜੀ, ਜਾਂਦੀ ਵਾਰ ਦੇ ਫਰਜ਼ ਮੈਨੂੰ ਨਿਭਾ ਲੈਣ ਦਿਓ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਧੀਏ ਕਿਉਂ? ਕਹਿੰਦੀ ਅੰਦਰ ਬੈਠੀ ਨੇ ਕੀ ਗਿਆ? ਇੱਕ ਰਿਸ਼ਤਾ ਹੁਣ ਆ ਗਏ ਬਾਜਾਂ ਵਾਲੇ, ਇੱਕ ਸੇਵਾ ਦੇ ਰੂਪ ਵਿੱਚ ਮੈਨੂੰ ਨਿਮਾਣੀ ਨੂੰ ਇੱਕ ਸੇਵਾ ਬਖਸ਼ ਗਏ ਬਾਜਾਂ ਵਾਲੇ। ਕਿਹੜੀ ਸੇਵਾ? ਕਹਿੰਦੀ ਮੇਰੇ ਮੁਖੋਂ ਕਹਾ ਦਿੱਤਾ ਬਚਿੱਤਰ ਸਿੰਘ ਮੇਰਾ ਪਤੀ ਹੈ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਉਹ ਤੇਰਾ ਨਿਕਾਹ ਤੇਰੇ ਨਾਲ ਕਰਨਾ ਚਾਹੁੰਦੇ ਨੇ। ਧੀਏ ਬਹੁਤ ਔਖਾ ਹੋ ਜਾਣਾ। ਕੋਈ ਗੱਲ ਨਹੀਂ, ਜਿੰਨੀ ਕੁ ਸੇਵਾ ਕਰ ਲਈ ਉਨੀ ਹੀ ਬਹੁਤ ਹੈ। ਕਹਿੰਦੀ ਨਹੀਂ ਬੇਟਾ ਜੀ, ਨਹੀਂ ਅੱਬਾ ਜੀ, ਰਿਸ਼ਤਾ ਬਣ ਗਿਆ ਤੇ ਹੁਣ ਨਿਭਾਵਾਂਗੀ। ਤੇ ਨਿਭਾਉਣਾ ਵੀ ਉਹਨੇ ਆ ਜਿਹੜਾ ਬਣਾ ਕੇ ਗਿਆ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਉਹ ਨਿਭਾਉਣ ਦਾ ਬਲ ਬਖਸ਼ੇ। ਆ ਧਾਰਨਾ ਪੜ੍ਹ ਕੇ ਸਮਾਪਤੀ ਕਰਾਂ। ਅਖੀਰੀ ਬੇਨਤੀ ਆਪਾਂ ਵੀ ਕਰ ਲਿਓ। ਬੀਬੀ ਮੁਮਤਾਜ ਨੇ ਵੀ ਕੀਤੀ। ਭਾਈ ਬਚਿੱਤਰ ਸਿੰਘ ਦੇ ਸਰੀਰ ਨੂੰ ਤੀਲੀ ਅਗਨ ਭੇਟ ਕਰਨ ਵੇਲੇ ਨਾ ਇੱਕ ਬੇਨਤੀ ਕੀਤੀ। ਮਾਤਾ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਆ। ਕੁਝ ਲੰਮੇਰੇ ਸਮੇਂ ਤੋਂ ਕਹਿ ਲਈਏ ਸਰੀਰ ਕਰਕੇ ਮਾਤਾ ਜੀ ਠੀਕ ਨਹੀਂ ਰਹੇ ਤੇ ਅਖੀਰ ਵਿੱਚ ਆ ਕੇ ਵੀ ਬਹੁਤ ਢਿੱਲੇ ਹੋਏ। ਤੋ ਸੇਵਾ ਕੀਤੀ ਹੈ ਪਰਿਵਾਰ ਨੇ। ਇਹ ਸੇਵਾ ਜਿਹੜੀ ਇਹੋ ਹੀ ਇਸ ਸੰਸਾਰ ਦੇ ਵਿੱਚ ਪ੍ਰਵਾਨ ਹੈ। ਕਿਉਂਕਿ ਗੁਰਮੁਖ ਪਿਆਰਿਓ, ਬੜਾ ਕੁਝ ਅਸੀਂ ਕਰਦੇ ਹਾਂ, ਬਾਅਦ ਵਿੱਚ ਜਾਣ ਤੋਂ ਬਾਅਦ ਜਿਹੜਾ ਕੁਝ ਮਰਜ਼ੀ ਕਰ ਲਈਏ। ਜਿਉਂਦੇ ਜੀ ਮਾਪਿਆਂ ਦੀ ਸੇਵਾ ਤੇ ਇਹ ਮਿਲੇ ਹੋਏ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝ ਕੇ ਜਿਹੜੇ ਸਾਨੂੰ ਮਿਲੇ ਨੇ, ਇਹ ਮੁੜ ਮੁੜ ਕੇ ਨਹੀਂ ਮਿਲਣੇ। ਇੱਕ ਵਾਰ ਚਲਿਆ ਗਿਆ ਜਿਹੜਾ ਵੀ ਰਿਸ਼ਤਾ, ਜਿੰਨੀ ਮਰਜ਼ੀ ਮਾਇਆ ਇਕੱਠੀ ਕਰਕੇ ਬਾਜ਼ਾਰਾਂ 'ਚ ਚਲੇ ਜਾਈਏ, ਕਿਤੋਂ ਬਾਪੂ ਨਹੀਂ ਮਿਲਣਾ, ਕਿਤੋਂ ਬੇਬੇ ਨਹੀਂ ਮਿਲਣੀ, ਕਿਤੋਂ ਪਤੀ ਪਤਨੀ, ਧੀਆਂ ਪੁੱਤ, ਕੋਈ ਵੀ ਰਿਸ਼ਤਾ, ਸਾਰੇ ਬੜੇ ਵਡਮੁੱਲੇ ਨੇ। ਇਹਨਾਂ ਰਿਸ਼ਤਿਆਂ ਨੂੰ ਸੰਭਾਲੀਏ। ਜਿੱਥੇ ਪਰਿਵਾਰਾਂ ਦੇ ਵਿੱਚ ਆਪਾਂ ਜੁੜੇ ਆ, ਪਰਿਵਾਰਾਂ ਨੂੰ ਸੰਭਾਲਦੇ ਆ, ਉੱਥੇ ਸਮਾਜ ਦੇ ਵਿੱਚ ਵੀ ਚੰਗੇ ਬਣਨ ਦਾ ਯਤਨ ਕਰੀਏ। ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਬੜੇ ਭੈੜੇ ਮਾਹੌਲ ਨੇ ਜਿਹੜੇ ਉਹ ਪੈਦਾ ਕੀਤੇ ਜਾ ਰਹੇ ਨੇ। ਬੜਾ ਅਚੰਭਾ ਜਿਹਾ ਲੱਗਦਾ ਹੈ। ਸੁਣਦੇ ਸੀ ਬਿਹਾਰ 'ਚ ਕੁਝ ਹੁੰਦਾ ਹੈ, ਯੂਪੀ 'ਚ ਕੁਝ ਹੁੰਦਾ ਹੈ, ਗੁਜਰਾਤ 'ਚ ਕੁਝ ਹੁੰਦਾ ਹੈ, ਪਰ ਜਦੋਂ ਆ ਕੁਝ ਪੰਜਾਬ ਦੀ ਧਰਤੀ ਤੇ ਹੁੰਦਾ ਵੇਖਦੇ ਆ, ਜੋ ਸਾਡੇ ਆਲੇ ਦੁਆਲੇ ਹੋ ਰਿਹਾ, ਇਹ ਬੜਾ ਵੱਡਾ ਦੁਖਾਂਤ ਹੈ। ਇਹ ਬੜੇ ਭੈੜੇ ਏਜੰਸੀਆਂ ਦੇ ਕੰਮ ਨੇ ਕਿ ਜਿਹੜੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ। ਆਓ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੇ ਹੋਏ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਇੱਕੋ ਹੀ ਅਰਦਾਸ ਹੈ ਜੀ। ਸੰਬਤ ਸ਼ਾਹ ਲਿਖਿਆ ਮਿਲ ਕਰ ਪਾਵੋਂ ਦੇਹੋ ਸੱਜਣ ਅਸੀਸੜੀਆਂ। ਜਿਉਂ ਹੋਵੇ ਸਾਹਿਬ ਸਿਉ ਦੇ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਹਰ ਇੱਕ ਦੁੱਖ ਸੁੱਖ ਦੇ ਭਾਈਵਾਲ ਨੇ, ਸਾਡੇ ਹਰ ਇੱਕ ਦੁੱਖ ਸੁੱਖ ਦੇ ਸਹਾਈ ਨੇ, ਜਿਨ੍ਹਾਂ ਨੇ ਆਪਣੀ ਬਾਣੀ ਦਾ, ਆਪਣੇ ਚਰਨਾਂ ਕਮਲਾਂ ਦਾ ਓਟ ਆਸਰਾ ਦਿੱਤਾ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ। ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਬੜੇ ਪਿਆਰ ਸਤਿਕਾਰ ਨਾਲ ਸੁਣਿਆ ਹੈ। ਆਓ 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸੰਪੂਰਨਤਾ ਹੈ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਂ ਸਤਿਗੁਰੂ ਨੂੰ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਵਜੀਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈ। ਸ਼ਬਦੋ ਤਾਂ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ।
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਮ ਤੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਇਹ ਅੰਗੀਕਾਰੋ ਕਹੇ ਤੇਰਾ ਕਾਜ ਸਭ ਸਵਾਰਨਾ। ਸਭ ਨੰਗਲਾਂ ਸੁਖਰਾਤ ਸੁਆਮੀ, ਤੂੰ ਕਿਉ ਮਨੋ ਵਸਾਰੀ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਮ ਤੇ। ਸਾਚੇ ਸਾਰੇ ਵਾਕਿਆ ਨਾਹੀ ਘਰ ਤੇਰਾ, ਘਰ ਪਾਸ ਮਨ ਵਸਾਰ। ਨਾਮ ਜਿਨ ਮਨ ਵਸਿਆ, ਵਾਜੇ ਸਭ ਕਨੇ ਜੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਤ। ਨਾਮ ਮੇਰਾ ਆਧਾਰ, ਸਾਥ ਨਾਮ ਆਧਾਰ ਮੇਰਾ, ਜਿਨ ਸੁਖਾਂ ਦਾ ਗੁਰਬਾਨ। ਕਰ ਸਾਥ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਪਰਵਾਨ ਕੀਤਾ ਗੁਰੂ ਕਹੋ, ਜਿਤ ਆਏ ਹੈ ਬਲਿਆਨ। ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਲਾਂਚ ਕਬਰ ਜਿਤ ਕਾਜਿਤ ਭਾਗ, ਕਾਜਿਤ ਸਾਬਤ ਵਾਜੇ ਕਲਾ ਜਿਤ ਕਰ ਤਾਰਿਆ। ਜੀ ਪੰਜ ਦੂਤ ਟੁੱਟ ਬਾਸੂ ਕੀਤੇ, ਕਾਲ ਕੰਟ ਕੋ ਮਾਰਿਆ। ਸੁਰ ਕਰਮ ਪਾਇਆ ਤੁਝਨ ਤੋ, ਤੇ ਨਾਮ ਹਰਿ ਕੈ ਨਾਮ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਬਾਜੇ। ਆਨੰਦ ਸੁਣੋ ਵੱਡ ਭਾਗੀ ਹੋ, ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਰ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਹਿ ਸਰਦੇ ਪੂਰੇ, ਗੁਰ ਤੇ ਜਾਣੀ। ਗੁਣ ਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਸੂਰੇ। ਸੁਣਤੇ ਪੁਨੀਤ ਕਹਤੇ, ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਸੂਰੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਓ ਠਾਕੁਰ। ਵਾਹਿਗੁਰੂ ਜੀ ਅਰਦਾਸ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸੰਗਤ ਕੈ ਗੁਰੂ ਨਾਨਕ ਲੈ ਕੇ ਆਏ ਫਿਰ ਅੰਗਦ ਗੁਰਤੇ ਅਮਰਦਾਸ। ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਅਜਿਹਾ ਜਿਸ ਬਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਤ ਆਵੇ ਧਾਈ ਸਭ ਸਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁਲਤਾਨੀ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਜੀ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚੜ੍ਹੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਨਾਮ ਜਪੇ ਵੰਡ ਕੇ ਛਕੇ ਦੇਖ ਚਲਾਈ ਤੇਗ ਵਾਹੀ। ਦੇਖ ਸੁਣ ਕੇ ਅਨੰਦ ਕੀਤਾ ਤਨਹਾਂ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸਿਰ ਦਿੱਤੇ ਵੰਨ ਵੰਨ ਕਟਾਏ ਖੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਤਨਾਰਿਆਂ ਨਾਲ ਚੜਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਮਹਾਨ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਨਿਸ਼ਾਨਾ ਜੀ ਕਾ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੈ ਚੇਤਾਵਨ ਕਾ ਸਤਿ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਵਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀਆਂ ਦੇ ਪਾਵਨ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਦਾ ਰੱਖਾ। ਵਾਹਿਗੁਰੂ ਜੀ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ।
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੀ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਸਤਿਗੁਰੂ ਜੀ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀਆਂ ਦੇ ਹਜ਼ੂਰ ਪਾਵਨ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ। ਜੇਤਾ ਸਮੁੰਦ ਸਾਗਰ ਨੀਲ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਮਿਹਰਬਾਨ ਪਾਤਸ਼ਾਹ, ਆਪ ਜੀਆਂ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ। ਇਲਾਹੀ ਫਰਮਾਨ ਦੇ ਅਨੁਸਾਰ ਜਿਹਾ ਚੀਰੀ ਲਿਖਿਆ, ਤੇਹਾ ਹੁਕਮ ਕਮਾਹੇ ਘੱਲੇ ਆਵਹਿ ਨਾਨਕਾ, ਸਦੇ ਉੱਠੀ ਜਾਹੇ ਦੇ ਮਹਾਂਵਾਕਾਂ ਦੇ ਅਨੁਸਾਰ ਆਪ ਜੀ ਵੱਲੋਂ ਬਖਸ਼ੇ ਸਮੇਂ ਸਵਾਸਾਂ ਦੀ ਪੂੰਜੀ ਨੂੰ ਪੂਰੇ ਕਰਦੇ ਹਾਂ। ਸੰਸਾਰਿਕ ਯਾਤਰਾ ਤੋਂ ਸਰੀਰਕ ਵਿਛੋੜਾ ਦੇ ਕਰਕੇ ਸਤਿਕਾਰਯੋਗ ਮਾਤਾ ਹਰਬੰਸ ਕੌਰ ਜੀ ਪਿਛਲੇ ਦਿਨੀ ਚਲੇ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ। ਤਿੰਨਾਂ ਦੇ ਨਿਮਿਤ ਪਰਿਵਾਰਕ ਸੁਖ ਸ਼ਾਂਤੀ ਵਾਸਤੇ, ਆਤਮਿਕ ਸ਼ਾਂਤੀ ਵਾਸਤੇ ਤੁਰਕੀ ਬਾਣੀ ਆਈ। ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਸਹਿਜ ਪਾਠ ਸਮੂਹ ਪਰਿਵਾਰ ਵੱਲੋਂ ਪ੍ਰਾਰੰਭ ਕਰਵਾਏ, ਜਿਨ੍ਹਾਂ ਦੀ ਸੰਪੂਰਨਤਾ ਹੋਈ। ਉਪਰੰਤ ਖੁੱਲੇ ਪੰਡਾਲਾਂ ਵਿੱਚ ਆਪ ਜੀਆਂ ਦੇ ਹਜ਼ੂਰ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਗੁਰਬਾਣੀ, ਗੁਰ ਇਤਿਹਾਸ ਕਥਾ ਵਿਚਾਰਾਂ ਹੋਈਆਂ। 6 ਪੌੜੀਆਂ ਆਨੰਦ ਸਾਹਿਬ ਜੀਆਂ ਦੇ ਪਾਠ ਹੋਏ ਨੇ। ਦਾਤਾ ਪਾਤਸ਼ਾਹ ਬੇਅੰਤ ਸੰਗਤਾਂ ਦੂਰੋਂ ਨੇੜੇ ਚੱਲ ਕਰਕੇ ਹਾਜ਼ਰੀਆਂ ਭਰ ਰਹੀਆਂ ਨੇ। ਸਤਿਗੁਰੂ ਆਪ ਜੀਆਂ ਦੇ ਹਜ਼ੂਰ ਹਾਜ਼ਰੀ ਭਰਦਿਆਂ, ਗੁਰਬਾਣੀ ਪੜ੍ਹਦਿਆਂ, ਸੁਣਦਿਆਂ, ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ, ਕਥਾ ਕੀਰਤਨ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਹਨ। ਸਤਿਗੁਰੂ ਜੀ ਬਖਸ਼ ਲੈਣਾ, ਬਖਸ਼ ਲੈਣਾ, ਬਖਸ਼ ਲੈਣਾ ਜੀ। ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਕਰਦੀਆਂ ਸੁਧ ਸਪੱਟ ਸੇਵਾਵਾਂ ਨਿਭਾਉਣ ਦੇ ਬਲ ਉਦਮ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਗੁਰਬਾਣੀ, ਗੁਰਮਤਿ ਵਿਚਾਰਾਂ ਦੇ ਭਾਵ ਸੰਗਤਾਂ ਦੇ ਪਰਿਵਾਰ ਦੇ ਹਿਰਦਿਆਂ ਦੇ ਵਸਾਉਣੇ ਸਤਿਗੁਰੂ ਸੱਚੇ ਪਾਤਸ਼ਾਹ। ਸਮੁੱਚੀਆਂ ਸੰਗਤਾਂ ਦੀ ਅਰਦਾਸ ਹੈ ਜੀ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਦੇ ਮਹਾਂਵਾਕਾਂ ਅਨੁਸਾਰ ਆਪਣੇ ਸਰੀਰਕ ਜੀਵਨ ਕਾਲ ਦੌਰਾਨ ਹੋਈਆਂ ਭੁੱਲਾਂ ਚੁੱਕਣ ਬਖਸ਼ਦਿਆਂ ਹੋਇਆਂ ਜੀ। ਸੰਬਤ ਸ਼ਾਹ ਲਿਖਿਆ, ਮਿਲ ਕਰ ਪਾਵੋਂ ਤੇਲ, ਦੇਹੋ ਸਜਣ ਅਸੀਸੜੀਆਂ ਜੇ ਹੋਵੇ, ਸਾਹਿਬ ਸਿਉ ਮੇਲ। ਆਪਣੇ ਚਰਨਾਂ ਦਾ ਵਿਲਾਪ ਬਖਸ਼ਣਾ, ਪਿੱਛੇ ਪਰਿਵਾਰ ਨੂੰ, ਬੱਚਿਆਂ ਨੂੰ, ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਪਰਿਵਾਰ ਵਿੱਚ ਸੁਖ ਸ਼ਾਂਤੀਆਂ, ਮੇਲ ਇਤਫਾਕ, ਪਿਆਰ, ਚੜ੍ਹਦੀ ਕਲਾ, ਗੁਰਸਿੱਖੀ ਜੀਵਨ ਬਖਸ਼ਣਾ। ਸੋ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀਓ। ਇਸੇ ਭਾਣੇ ਨੂੰ ਪ੍ਰਵਾਨ ਕਰਦਿਆਂ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਸੋਹਣੇ ਪੋਸ਼ਾਕੇ ਪਹਿਨਾਏ ਗਏ। ਆਪ ਜੀ ਦੇ ਅੰਗ ਲਾਏ, ਆਪ ਅੰਗੀਕਾਰ ਕਰਨੀ, ਸੇਵਾ ਪ੍ਰਵਾਨ ਕਰਨੀ। ਬੇਅੰਤ ਮਾਇਆ ਤਿਲ ਫੁਲ ਭੇਟਾਵਾਂ ਪਰਿਵਾਰ ਵੱਲੋਂ ਹਾਜ਼ਰ ਕੀਤੀਆਂ। ਸਤਿਗੁਰੂ ਆਪ ਜੀਆਂ ਦੇ ਲਈ ਸੋਹਣੇ ਛਤਰ ਸੇਵਾ ਕੀਤੀ ਹੈ। ਮਾਤਾ ਜੀ ਦੇ ਨਿਮਿਤ ਸਤਿਗੁਰੂ ਸੱਚੇ ਪਾਤਸ਼ਾਹ ਪਰਿਵਾਰ ਦੀਆਂ ਸੇਵਾਵਾਂ ਥਾਈਂ ਪਾਉਣੀਆਂ, ਚੜ੍ਹਦੀਆਂ ਕਲਾ ਕਮਾਈਆਂ ਚ ਬਰਕਤਾਂ ਪਾਉਣੀਆਂ ਜੀਓ। ਪਾਵਨ ਹਜ਼ੂਰੀ ਵਿੱਚ ਬਖਸ਼ੀਆਂ ਲੋਹ ਲੰਗਰਾਂ ਦਾਤਾਂ ਵਿੱਚੋਂ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਰ ਕੇ ਹਾਜ਼ਰ ਹੈ ਜੀ। ਆਪ ਜੀਆਂ ਦੇ ਦਰ ਪ੍ਰਵਾਨ ਹੋਵੇ। ਸੀਤਲ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਅੰਮ੍ਰਿਤ ਵੇਲੇ ਤੋਂ ਲੈ ਕੇ ਮਾਤਾ ਜੀ ਦੇ ਨਿਮਿਤ ਲੋਹ ਲੰਗਰ ਵਰਤ ਰਹੇ ਨੇ, ਪ੍ਰਸ਼ਾਦਾ ਪਾਣੀ ਵਰਤ ਰਿਹਾ। ਸਤਿਗੁਰੂ ਸੇਵਾਵਾਂ ਥਾਈਂ ਪਾਉਣੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ, ਬਰਕਤਾਂ ਪਾਉਣੀਆਂ। ਜੋ ਜੀ ਛਕੇ ਆਪ ਜੀ ਦਾ ਨਾਮ ਜਪੇ। ਕਰੋ ਕਿਰਪਾ ਜੀ, ਪਾਵਨ ਪਵਿੱਤਰ ਇਲਾਹੀ ਹੁਕਮ ਬਖਸ਼ਿਸ਼ ਕਰਕੇ ਨਿਹਾਲ ਕਰੋ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ੋ। ਹੁਕਮਾਂ ਤੇ ਚੱਲਣ ਦੀ ਸਮਰੱਥਾ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਰਫੈ ਸਰਫੈ ਸਦਾ ਸਦਾ, ਦੇਵੈ ਗਈ ਬਿਹਾਈ। ਨਾਨਕ ਕਿਸਨੋ ਆਖੀਐ, ਬਿਨ ਪੁੱਛਿਆ ਹੀ ਲੈ ਜਾਏ। ਵਾਹਿਗੁਰੂ ਸਾਹਿਬ ਜੀ।
ਸੋਰਠ ਮਹਲਾ ਨੌਵਾਂ। ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਰਹਾਉ ਮੁਕਤ ਪੰਥ ਜਾਣਿਓ ਤੈ ਨਾਨਾ, ਤਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ। ਨਾਰ ਭਜਿਓ ਨਾ ਗੁਰ ਜਨ ਸੇਵਿਓ, ਨਹਿ ਉਪਜਿਓ ਕਸ ਗਿਆਨਾ। ਘਾਟੇ ਮਾਹੇ ਨਿਰੰਜਨ ਤੇਰੇ, ਤੈ ਖੋਜਤ ਉਦਿਆਨਾ। ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੈ ਆਵੇ ਨਾਨਕਾ, ਸਤੀ ਉਠੀ ਜਾਏ ਦੇ ਮਹਾਂਵਾਕਾਂ ਅਨੁਸਾਰ ਮਾਤਾ ਹਰਬੰਸ ਕੌਰ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਆਪਣੇ ਪਿੱਛੇ ਪਰਿਵਾਰ 5 ਬੇਟੀਆਂ ਤੇ 1 ਬੇਟਾ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪਰਿਵਾਰ ਦਾ ਇਲਾਕੇ ਦੇ ਵਿੱਚ ਕਿੰਨਾ ਨੌਂ ਤੇ ਵੱਖ-ਵੱਖ ਅਹੁਦਿਆਂ ਤੇ ਸੇਵਾ ਕੀਤੀ ਹੈ। ਪਹਿਲਾਂ ਸਾਡੇ ਬਾਬਾ ਜੀ ਸਰਦਾਰ ਜਰਨੈਲ ਸਿੰਘ ਜੀ ਸਰਪੰਚ ਰਹੇ ਤੇ ਸਟੇਟ ਦੇ ਪ੍ਰਧਾਨ ਰਹੇ, ਤੇ ਹੁਣ ਇਹਨਾਂ ਦੇ ਭਤੀਜਾ ਮਨਪ੍ਰੀਤ ਸਿੰਘ ਜੀ ਇਹ ਵੀ ਸੇਵਾ ਨਿਭਾ ਰਹੇ ਨੇ, ਤੇ ਨਿੰਦਰ ਸਿੰਘ ਜੀ ਇਹ ਵੀ ਆਪਣੇ ਅਲੀਪੁਰ ਸਟੇਟ ਦੇ ਮੀਤ ਪ੍ਰਧਾਨ ਨੇ। ਤੇ ਬਾਕੀ ਤੁਹਾਨੂੰ ਪਤਾ ਮਾਤਾ ਜੀ ਨੇ ਕਿੰਨਾ ਦੁੱਖਾਂ ਦੇ ਵਿੱਚ ਪਹਿਲਾਂ ਜਮਾਈਆਂ ਦਾ 2 ਦਾ ਕਾਲ ਚਲਾਣਾ ਕਰ ਜਾਣਾ, ਤੇ ਉਸ ਤੋਂ ਬਾਅਦ ਪਤੀ ਦਾ ਚਲਿਆ ਜਾਣਾ, ਬਹੁਤ ਹੀ ਦੁੱਖ ਹੰਢਾਇਆ। ਹੌਲੀ ਹੌਲੀ ਆਪਣੇ ਸਿਆਸਾਂ ਦੀ ਪੂੰਜੀ ਨੂੰ ਸੁਧਾਰਦੇ ਹੋਏ ਆਪਣੇ ਵਿੱਚੋਂ ਚਲੇ ਗਏ ਆ। ਤੇ ਹੁਣ ਮੈਂ ਬੇਨਤੀ ਕਰਦਾ, ਸਾਡੇ ਵਿੱਚ ਕੁਝ ਇਲਾਕੇ ਦੀਆਂ ਸਿਆਸਤਾਂ ਬੁੱਝੀਆਂ ਨੇ, ਜਿਨ੍ਹਾਂ ਵਿੱਚੋਂ ਹਾਜ਼ਰੀ ਲਵਾ ਕੇ ਗਏ ਆ ਰਾਜਪਾਲ ਸਿੰਘ SHO ਬਰਨਾਲਾ, ਪ੍ਰਵਿੰਦਰ ਸਿੰਘ ਤਹਿਸੀਲਦਾਰ ਸੰਗਰੂਰ, ਤਰਸੇਮ ਸਿੰਘ ਜੀ ਭੂਦਨ ਸਰਪੰਚ ਉਹ ਮੌਜੂਦ ਆ ਸਾਡੇ ਕੋਲ, ਜਗਤਾਰ ਸਿੰਘ ਜੀ ਧਨੌਲਾ ਕਾਰਜਕਾਰੀ ਪ੍ਰਧਾਨ, ਗੁਰਪ੍ਰੀਤ ਸਿੰਘ ਜੀ ਲੱਕੀ ਪੱਖੋਂ ਪ੍ਰਧਾਨ ਕਾਂਗਰਸ, ਤੇ ਰਾਮਦਾਸ ਬਿੱਟੂ ਜੀ ਇਹ ਵੀ ਮੌਕੇ ਤੇ ਹਾਜ਼ਰ ਆ, ਸਰਪੰਚ ਹਾਕਮ ਸਿੰਘ ਜੀ ਗੰਗੇਵਾਲ, ਬੀਬੀ ਹਰਚੰਦ ਕੌਰ ਜੀ ਉਹ ਵੀ ਸਾਡੇ ਵਿੱਚ ਹਾਜ਼ਰੀ ਲਵਾ ਕੇ ਗਏ ਆ, ਤੇ ਸੁਖਚੈਨ ਸਿੰਘ SDO, ਬਲਦੇਵ ਸਿੰਘ ਜੀ ਪੇਦਰੀ, ਸਰਪੰਚ ਗਰੀਬ ਸਿੰਘ ਜੀ ਸੰਨਾ, ਸਰਪੰਚ ਸਰਜੀਤ ਸਿੰਘ ਜੀ ਦੇ ਬਲਾਕ ਸੰਮਤੀ ਮੈਂਬਰ ਟਿੱਪਾ, ਸੁਖਦੇਵ ਸਿੰਘ ਕਾਲਾਮੂਲਾ ਟਰੱਕ ਯੂਨੀਅਨ ਪ੍ਰਧਾਨ। ਹੁਣ ਮੈਂ ਬੇਨਤੀ ਕਰਦਾ ਬਾਬਾ ਹਾਕਮ ਸਿੰਘ ਜੀ ਗੰਗੇਵਾਲ ਆ ਕੇ ਉਹ ਆਪਣੇ ਵਿਚਾਰ ਕਰਨਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਮਾਤਾ ਜੀ ਦੀ ਅਰਦਾਸ ਵੀ ਜ਼ਰੂਰ ਹੈ ਕਿ ਪਾਜਨੀ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਬਚਨ ਹੀ ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਵਿਛੋੜ ਗਏ ਸਿਆਣਿਆਂ ਕੀਰਤਨ। ਜੋ ਵੀ ਜੀਵੇ ਸੰਸਾਰ ਤੇ ਆਉਂਦਾ ਉਸਨੇ ਸਮੇਂ ਨਾਲ ਮਾਰੀ ਨਾਲ ਸੰਸਾਰ ਤੋਂ ਚਲੇ ਜਾਣਾ ਹੁੰਦਾ।
माता जी ने दी हुई प्रसा की जिंदगी उन्हीं खर्च के संसार से चले गए। परिवार वाले सैकटरी साहब ने दसिया कि परिवार जोड़ा साढ़े इलाके का बहुत ही उंगलों से गिने चुने जाने वाले परिवारों में आ। सरदार जरनैल सिंह जी सरपंच साहब उन्होंने भरा प्यारा सोहरी समूचा परिवार जोड़ा, क्योंकि मेरा इस परिवार नाल तकरीबन 50 साल तो मैं जो मैं इस डेरे इतने आया बाबा ईसर सिंह वेले इलाके बहुत एक समाज सेवी परिवार है, किरत करने वाला तो समाज सेवी परिवार। नगर दे विच भी जे कोई साझा कोई काम है, इलाके दे विच कोई साझा काम है, कोई विद्या के खेत्र में सेवा का काम है, ये परिवार की हर गल च लगा। बाबा ईसर सिंह होरां तो लाके जरनैल सोहरी ते प्यारा सोहरी भरा, उस बाद अज गुरप्रीत है, ये नरिंदर है, ये भी उन्होंने जी नक्शे कदमों से चलते हुए ये माता हरबंस कौर का भी, क्योंकि उस परिवार के वड्डी जी बीबियां का जो स्थान है ना बहुत बड़ा होता है। ये समाज दी सेवा लोगों की सेवा असीं तां ही कर सकते हैं जो साढ़े घर के बीबियां मजबूत तौर पर सेवा करदियां। सो भाई जाना लिखने है समय नाल जाना, ये परिवार एक बहुत ही समाज सेवी है। सब कृपा करे उन्होंने परिवार चढ़ती कला च रखे। समा ये सच है जाना, क्योंकि मौत एक अटल सच्चाई है। परिवार ने सेवा भी माता की, चाहे कितना भी दुख सी तकलीफ सी शरीर बड़े कष्ट सन माता, पर परिवार ने मुख नहीं मोड़े। यही सब तो बड़ा भाई भक्ति है, पुण्य है, धर्म है। मातरी देवो भाव कहते अपनी माता ना देवता समूह जान के सेवा करनी, ये सब बड़ा फर्ज है। असीं चाहे किन्ने भी वड्डे बन जाइए, किन्ने भी किसी उहदे ते जाइए, जेकर असीं माता पिता की सेवा नहीं ना करते साडा फिर वो बनना निर्भर। जिहड़े लोग अपनी माता पिता की सेवा करते वो भाग्य वाले होंदे। भाई गुरदास जी ने अपनी 12 चरित्र वर्णन किया। माँ प्यो पर हर सुने वेद भेद न जाने कथा कहानी, माँ प्यो पर हर करे तप बण खंड भुला प्रेम बाणी, माँ प्यो पर हर लावना अरसर तीर्थ घुमण वाणी। ये जोड़ा कोई भी बाप दे अपनी कहाउंदा, कोई भगती करन जांदा, सत्संग करन जांदा, 68 तीर्थां दा शेर इशनान करता, पर जेकर माता पिता की सेवा घरे नहीं करता, कहते सब कुछ लेखा ले। अखीर में भाई गुरदास जी कहते हैं गुरु परमेश्वर सार ना है, वो गुरु परमेश्वर की सार नहीं जान सकता। इसलिए सानू अपने माता पिता की सेवा करनी चाहिए। धरती के रब ने साढ़े इस गल बधाई दे पात्र। तो मैं अखीर में माता जी सरदा के फुल भेंट करता हुआ सतगुरु सच्चे पातशाह की अरदास बेनती करते हैं कि परिवार जिवें समाज सेवा के कामों के लग्या हुआ, लोड़वंदां दी मदद लई लग्या हुआ, चंगे काम करता, पुण्य के काम करता, ये इन्हां नूं बल शक्ति बख्शे। इन्ना वजवा गुरदेव सिंह ब्लाक समिति साबका ब्लाक समिति मैंबर, वाइस चेयरमैन नीटा सिंगला जी, परविंदर पन्नू कातरों, वो भी साडे विच मौजूद ने। इन्हां तो माफ़ी चाहुंदे आ क्योंकि समय की देखते हुए समा बहुत ज़्यादा हो चलिया। तो हुण मैं बेनती करदा मास्टर हरबंस सिंह जी सीरपुर, सातों विछड़ी आत्मा बहुत ही सत्कार तो सुशील माता हरबंस कौर उन्होंने सादा सत्कार से सम्मान भेंट करने के लिए बड़ी गिनती में पहुंची समूची संसद गुरफतेह प्रवान करो जी। आपको गज वज के वाहिगुरू जी का खालसा वाहिगुरू जी की फतेह। मेरे परिवार के विच आपां बैठे हैं, बाबा हाकम सिंह जी गंडेवाल उन्होंने चर्चा की है कि भाई जरनैल सिंह जी साबका सरपंच साहब भावें साडे विच नहीं रहे, परंतु उन्होंने पाइया हुई जी फिरतां सी उन्होंने नरेंद्र सिंह उन्होंने ਅਤੇ ਉਹਨਾਂ ਦੇ ਭਤੀਜੇ ਮਨਪ੍ਰੀਤ ਸਿੰਘ ਉਹਨਾਂ ਨੇ ਬਰਕਰਾਰ ਰੱਖਿਆ ਹੋਇਆ
क्योंकि अजे भी उन्होंने जो गाइडलाइन सरदार प्यारा सिंह जी उन्होंने वालों मिल रही ने उसकी बदौलत ये परिवार ने नाम ना खटे। माता शब्द है जोड़ा ये बड़े उच्चे सुचे बड़े विशाल अर्थ ने। सियाने आखते ने प्रोफैसर पूर्ण सिंह जी एक थां के उत्ते लिखते हैं कि जिथे सारी दुनिया का प्यार उहदे प्यार की हद मुक जाती है उत्थों माँ का प्यार शुरू होता है। एडा बड़ा माँ के प्यार के विच माँ की ममता जिहड़ी उहदी एडी बड़ी महानता है। माँ सचमुच जिस तरह देव तरीके वाले का गीत आपां लिखिया है कुलदीप मानक वालों, माँ की पूजा रब की पूजा, माँ का रब का रूप है दूजा, माँ है ठगड़ी शाम दुनिया वाले। जिन्हें माँ का प्यार खट लिया उन्हें जग जहान जित लिया। जिहड़ा माँ के प्यार तो वांझा रह गया उन्होंने किते ढोई नहीं मिलती। लोड़ है अज के समय दे विच मामा नूं जिस तरह बाबा जी दस के गए ने रब का रूप समझ के धरती के उपर सचमुच जेकर रब के दर्शन करने ने तो अपनी माँ और प्यो के आपां पैर फड़ के जे गुरुद्वारे भी जाने पहला माता और पिता नूं पूज के जाओ, उन्हां दी आग्या दे विच उन्हां दे हुक्म दे विच रहो। इदों वड्डी भगती इदों वड्डी शक्ति तुहानूं कितों मिल नहीं सकती। सो माता हरबंस कौर बारे जो अज के अजीत अखबार के दर्शन सिंह जी खेड़ी साहब पत्रकार बैठे ने लिखिया है, वधिया गल है। जो असीं किसी परिवार बारे पढ़ते हैं तो जिन्होंने नहीं भी पता होता उन्होंने भी पता लग जाता है कि परिवार की कितनी बड़ी महानता है। सचमुच ये परिवार है जोड़ा साडे इलाके का केंद्र बिंदु परिवार है। समाजिक सरोकारां दे विच, धार्मिक रौह रीतां दे विच, राजनीतिक दृष्टिकोण तो ये परिवार ने जो अपनी विवेकली विलक्षण पहचान बनाई है वो साडे लई एक मार्गदर्शन है। माता जी नूं मैं अपने वालों साडी पार्टी वालों साडे प्रधान सरदार अखबार सिंह जी झुंदा साहब जो कि जिला अकाली जथा संगरूर के प्रधान ने उन्होंने वालों बाबा बलवीर सिंह जी घुंद साहब क्योंकि बीमारी की हालत के विच ने उन्होंने वालों भी मैं अपनी हाजिरी लवाउंदा होया माता जी नूं सबका सत्कार पेश करता हुआ अपनी थां लेना। वही कातरों जी तो दविंदर सिंह प्रधान आम आदमी पार्टी ने उन्होंने तो भी हुण साडे हल्के की महान शख्सियत सरदार कुलवंत सिंह जी MLA वो अपने विचार पेश करनगे। कुलवंत सिंह जी MLA। जुगो जुगो डॉक्टर साहिब श्री गुरु नानक साहिब जी पावन हजूरी दे विच बहुत ही पूजनीय माता माता हरबंस कौर जी नूं सब दा सत्कार भेंट करना समੁੱਚੀ संगत सब तो पहला अपनी फतेह प्रवान करो जी। वाहिगुरू जी का खालसा वाहिगुरू जी की फतेह। राणा राव ना कोल है रंग ना तो फकीर वारी आपो अपनी कोई ना मिले धीर दे महावाक अनुसार जो प्राणी संसार के उपर आया उन्हें एक न एक दिन चले जाना। पर भरावो जान जान दे विच फर्क हुंदा। मनुख जो कर्म करके जाता ਉਹਦੇ ਕਰਮਾਂ ਨੂੰ ਅੱਜ ਦੇ ਦਿਨ ਦੇ ਉੱਪਰ ਉਹਦੀ ਪੜਤਾਲ ਕੀਤੀ ਜਾਂਦੀ ਹੈ। ਜਿਵੇਂ ਅੱਜ ਆਪਾਂ ਹਰਬੰਸ ਕੌਰ ਦੇ ਉਹਨਾਂ ਦੇ ਸਵਰਗਵਾਸੀ ਸਰਪੰਚ ਸਾਬਕਾ ਸਰਪੰਚ ਜਰਨੈਲ ਸਿੰਘ ਜੀ ਉਹਨਾਂ ਨੂੰ ਯਾਦ ਕਰਦੇ ਆ, ਉਹਨਾਂ ਦੇ ਪਰਿਵਾਰ ਨੂੰ ਯਾਦ ਕਰਦੇ ਆ ਕਿਉਂਕਿ ਉਹਨਾਂ ਦੇ ਆਪਦੇ ਬੱਚਿਆਂ ਨੂੰ ਸੰਸਕਾਰ ਦਿੱਤੇ ਆ, ਆਪਦੇ ਪੁੱਤਰ ਧੀਆਂ ਜੋ ਬੋਲਣ ਦੀ ਤਾਲੀਮ ਦਿੱਤੀ ਆ, ਉਹਦੀ ਬਦੌਲਤ ਉਹਨਾਂ ਦੇ ਪੂਰੇ ਇਲਾਕੇ ਦੇ ਵਿੱਚ ਆਪਦਾ ਜਿਹੜਾ ਨਾਮ ਆ ਪਹਿਚਾਣ ਆ ਉਹ ਵੱਖਰੀ ਬਣਾਈ ਹੋਈ ਹੈ। ਉਹਨਾਂ ਤੇ ਉਹ ਬਰਕਰਾਰ ਰਹਿ ਗਏ। ਉਹਨਾਂ ਦੇ ਪਦ ਕਦਮਾਂ ਦੇ ਚੱਲਦੇ ਹੋਏ ਅੱਜ ਵਧੀਆ ਸਮਾਜ ਦੀ ਸੇਵਾ ਕਰ ਰਹੇ ਆ, ਇਲਾਕੇ ਦੀ ਸੇਵਾ ਕਰ ਰਹੇ ਆ। ਇਸ ਕਰਕੇ ਮਾਂ ਦੇ ਮੱਥੇ ਆਪਾਂ ਜਿੰਨਾ ਵੀ ਬੋਲੀਏ ਵੀ ਬਸ ਵੱਖ-ਵੱਖ ਬੁਲਾਰੇ ਸਾਡੇ ਮਾਸਟਰ ਹਰਬੰਸ ਸਿੰਘ ਜੀ ਸਾਰੇ ਦੱਸ ਕੇ ਗਏ ਨੇ ਵੀ ਮਾਂ ਦੀ ਬਹੁਤ ਵੱਡੇ ਮਾਂ ਨੂੰ ਦਰਜੇ ਦਿੱਤੇ ਗਏ ਨੇਗੇ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਤੇ ਪਿਤਾ ਨੂੰ ਤੇ ਮਾਤਾ ਨੂੰ ਬਹੁਤ ਵੱਡੇ ਹੁਕਮ ਦਰਜੇ ਨੇ। ਮਾਂ ਦੇ ਜ਼ਿੰਦਗੀ ਦੇ ਵਿੱਚ ਕੋਈ ਬੰਦਾ ਨਾ ਤਾਂ ਮਾਂ ਦਾ ਦੇਣ ਦੇ ਸਕਿਆ ਨਾ ਕੋਈ ਦੇ ਸਕੇਗਾ क्योंकि लिखारिया ने लिखा भी माँ की पूजा रब की पूजा बहुत वड्डी गल आ। माता रब का रूप है दूजा। माँ के हथाए आप जिन्ना भी मैं कहना कि समुद्र की कहनी है गुरबाणी आप
ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਇਸ ਕਰਕੇ ਮਾਂ ਦੀ ਮਮਤਾ ਨੂੰ ਅੱਜ ਤੱਕ ਕੋਈ ਵੀ ਲਿਖਾਰੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਿਆ, ਕਿਉਂਕਿ ਮਮਤਾ ਮਾਂ ਦੀ ਹੈ ਹੀ ਇਹੋ ਜਿਹੀ ਆ, ਉਹ ਕੋਈ ਬਿਆਨ ਨਹੀਂ ਕਰ ਸਕਦਾ। ਇਸ ਕਰਕੇ ਮਾਵਾਂ ਜਿਹੜੀਆਂ ਸਾਵਾਂ ਹੁੰਦੀਆਂ ਨੇ ਬੋਲ ਵਰਗੀਆਂ, ਇਹ ਜਦੋਂ ਚਲੀਆਂ ਜਾਣ ਕਿਉਂਕਿ ਆਪਾਂ ਨੂੰ ਮਿਲਦੀਆਂ ਨਹੀਂ, ਬਹੁਤ ਘਰ ਸੁਣਨਾ ਹੋ ਜਾਂਦਾ ਮਾਂ ਵਗੈਰਾ। ਇਸ ਕਰਕੇ ਅੱਜ ਦੇ ਦਿਨ ਦੇ ਉੱਪਰ ਬਹੁਤ ਹੀ ਮੈਂ ਪੂਜਨੀਕ ਮਾਤਾ ਹਰਬੰਸ ਕੌਰ ਜੀ ਨੂੰ ਆਪਦੇ ਵੱਲੋਂ, ਸਾਡੇ ਮੈਂਬਰ ਪਾਰਲੀਮੈਂਟ, ਸਾਡੇ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ, ਉਹਨਾਂ ਵੱਲੋਂ ਸਰਦਾ ਦੇ ਸਤਿਕਾਰ ਭੇਟ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਦੀ ਅਰਦਾਸ ਕਰਦਾ ਹੈ, ਅਕਾਲ ਪੁਰਖ ਵਾਹਿਗੁਰੂ ਉਸ ਵਿਛੜੀ ਆਤਮਾ ਨੂੰ ਜਿੱਥੇ ਵੀ ਰੱਖੀ, ਆਪਦੀ ਦਇਆ ਦਾ, ਮਿਹਰ ਦਾ, ਕਿਰਪਾ ਦਾ ਪਾਤਰ ਬਣਾ ਕੇ ਰੱਖੀ, ਕਿਸੇ ਸਾਰੇ ਪਰਿਵਾਰ ਨੂੰ ਸੁਖਾਣਾ ਆਨੰਦ ਦਾ ਬਖਸ਼ੀ। ਕਣਸਾਵਾਂ ਬੂਟਾ ਮੈਨੂੰ ਨਜ਼ਰ ਕਿਤੇ ਨਾ ਆਵੇ, ਜਿਸ ਤੋਂ ਲੈ ਕੇ ਸਾਹ ਧਾਰੀ ਰੱਬ ਨੇ ਸਵਰਗ ਬਣਾਏ। ਆਪਾਂ ਨੂੰ ਸਾਰਿਆਂ ਨੂੰ ਆਪਣੇ ਬੁਲਾਰਿਆਂ ਨੇ ਦੱਸਿਆ ਕਿ ਆਪਾਂ ਮਾਤਾ ਪਿਤਾ ਦਾ ਦੇਣ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ। ਬਾਕੀ ਜਿੰਨੀਆਂ ਵੀ ਸਰਪੰਚ ਪੰਚ ਜੋ ਵੀ ਮੋਹਤਬਰ ਸੱਜਣ ਆਇਆ, ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪਹਿਲਾਂ ਦੇਗ ਵਰਤੇਗੀ, ਦੇਗ ਤੋਂ ਬਾਅਦ ਜਿਨ੍ਹਾਂ ਨੇ ਪ੍ਰਸਾਦਾ ਪਾਣੀ ਨਹੀਂ ਛਕਿਆ ਉਹ ਪ੍ਰਸਾਦਾ ਪਾਣੀ ਛਕ ਕੇ ਜਾਣ ਦੀ ਕਿਰਪਾਲਤਾ ਕਰਨ। ਤੇ ਸਾਡੇ ਬਲਾਕ ਸਮਿਤੀ ਸਾਬਕਾ ਬਲਾਕ ਸਮਿਤੀ ਮੈਂਬਰ ਪਿਆਰਾ ਸਿੰਘ ਜੀ ਤੇ ਸਰਪੰਚ ਮਨਪ੍ਰੀਤ ਸਿੰਘ ਜੀ ਤੇ ਇਹਨਾਂ ਦੇ ਜਮਾਈ ਦਵਿੰਦਰ ਸਿੰਘ ਜੀ ਖੇੜੀ, ਜਸਵੀਰ ਸਿੰਘ ਜੀ ਖੇੜੀ ਕੇ, ਅਮਨਦੀਪ ਸਿੰਘ ਜੀ ਕਠਾਲਾ, ਇਹਨਾਂ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ। ਤੇ ਸਾਡੇ ਵਿੱਚ ਦਰਸ਼ਨ ਸਿੰਘ ਜੀ ਪੱਤਰਕਾਰ ਖੇੜੀ, ਮੇਘਰਾਜ ਜੀ ਜੋਸ਼ੀ ਇਹ ਵੀ ਪਹੁੰਚਿਆ, ਇਹਨਾਂ ਦਾ ਵੀ ਧੰਨਵਾਦ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਡੇਰਾ ਸਾਹਿਬ ਦੀ ਕਮੇਟੀ ਤੇ ਸਮੂਹ ਨਗਰ ਪੰਚਾਇਤ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਧੰਨਵਾਦ। ਤੇ ਨਿੰਦਰ ਸਿੰਘ ਵੱਲੋਂ ਪਰਿਵਾਰ ਵੱਲੋਂ ਕੁਝ ਸੇਵਾ ਕਰਵਾਈ ਗਈ ਆ। ਗੁਰਦੁਆਰਾ ਵਾਸਤੇ ਸੱਤਰ ਦੀ ਸੇਵਾ, ਗੁਰਦੁਆਰਾ ਬੇਗਮਪੁਰਾ ਸਾਹਿਬ 1100 ਰੁਪਈਆ, ਡੇਰਾ ਸਾਹਿਬ 1100 ਰੁਪਈਆ, ਵੱਡੇ ਸਕੂਲ ਵਾਸਤੇ, ਛੋਟੇ ਸਕੂਲ ਵਾਸਤੇ ਕੁੜੀਆਂ ਲਈ 500 ਰੁਪਈਆ, ਸਤਿਕਾਰ ਕਮੇਟੀ 500 ਰੁਪਈਆ, ਕਿਸਾਨ ਯੂਨੀਅਨ 500 ਰੁਪਈਆ, ਮਸਜਿਦ ਲਈ 1100 ਰੁਪਈਆ, ਸ਼ਮਸ਼ਾਨ ਘਾਟ ਵਾਸਤੇ 2100 ਰੁਪਈਆ। ਸਾਰੀ ਸੰਗਤ ਦਾ ਕੋਟਨ-ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦੁੱਖ ਦੀ ਘੜੀ ਦੇ ਵਿੱਚ ਹਾਜ਼ਰ ਹੋ ਕੇ ਪਰਿਵਾਰ ਦਾ ਦੁੱਖ ਘਟਾਇਆ। ਤੇ ਸੰਗਤ ਨੂੰ ਬੇਨਤੀ ਕਰਦੇ ਹਾਂ ਚਾਹ ਪੀਣ ਤੋਂ ਬਾਅਦ, ਦੇਗ ਲੈਣ ਤੋਂ ਬਾਅਦ